You're Professor Anupreet Tiwana? Yes, sir. Yes, sir. How are you? Okay, okay. Sir, I welcome you. I'm just waiting. We will have a question answer session and query session also after the viewpoints of our eminent resource person. So आप लोग अपने क्वेश्चंस जो हैं वो टाइप कर सकते हैं चैट बॉक्स पे. आई विल बी टेकिंग द क्वेश्चंस एंड आप डायरेक्टली भी पूछ सकते हैं. तो वेबिनार का मजा तभी है अगर आप क्वेश्चन आंसर सेशन में अच्छे से पार्टिसिपेट करेंगे. काइंडली स्टॉप प्रेजेंटिंग मैम, काइंडली. Professor Harmanpreet Singh ji, if you are listening to me, kindly start the proceedings. डॉक्टर अनुप्रीत सिंह जी टिवाणा जी ਅੱਜ ਦਾ ਲੈਕਚਰ ਸ਼ੁਰੂ ਕਰੀਏ ਜੀ. ਕੀ ਮੇਰੀ ਆਵਾਜ਼ ਆ ਰਹੀ ਹੈ ਸਾਰਿਆਂ ਨੂੰ? हाँ जी सर, मैं तैयार हाँ जी. मेरी आवाज आ रही है सर? हाँ जी हाँ सर, बिल्कुल ठीक आ रही है सर. ਤੇ ਚਲੋ ਸਰ, ਅੱਜ ਫਾਰਮਲੀ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਵੈਲਕਮ ਕਰਦਾ ਆਪਣੇ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਵੱਲੋਂ ਜਲੰਧਰ ਕਿ ਤੁਸੀਂ ਸਾਰੇ ਸਾਡੇ ਇਸ ਮਤਲਬ ਕਿ ਪ੍ਰੋਗਰਾਮ ਦੇ ਵਿੱਚ ਤੁਸੀਂ ਪਾਰਟਿਸਿਪੇਟ ਕਰ ਰਹੇ ਹੋ. ਜਿਹੜਾ ਅਸੀਂ ਲੈਕਚਰ ਜਿਹੜਾ ਵੈਬੀਨਾਰ ਜਿਹੜਾ ਕਰਵਾ ਰਹੇ ਹਾਂ ਨਿਊ ਐਜੂਕੇਸ਼ਨ ਪੋਲਿਸੀ 2020 ਦੇ ਵਿੱਚ. ਕਿਉਂਕਿ ਦੇਖਿਆ ਜਾਵੇ ਕਿ ਕੋਈ ਵੀ ਪੋਲਿਸੀ ਜਦੋਂ ਨਿਊ ਆਉਂਦੀ ਹੈ ਉਹਦਾ ਬਹੁਤ ਹੀ ਜ਼ਿਆਦਾ ਰੋਲ ਹੁੰਦਾ ਹੈ. ਉਹਦੇ ਕੁਝ ਮੈਰਿਟਸ ਵੀ ਹੋਣਗੀਆਂ, ਕੁਝ ਡੀਮੈਰਿਟਸ ਵੀ ਹੋਣਗੀਆਂ. ਤੇ ਜੋ NCC ਤੇ NSS ਡਿਪਾਰਟਮੈਂਟ ਵੱਲੋਂ ਜੋ ਸਾਡੇ ਕਾਲਜ ਦੇ ਵਿੰਗ ਨੇ, ਜੋ ਸਾਡਾ NCC ਵਿੰਗ ਜਿਹੜਾ ਹੈ ਉਹ 2 ਪੰਜਾਬ ਬਟਾਲੀਅਨ ਜਲੰਧਰ ਨੂੰ ਨਾਲ ਐਸੋਸੀਏਟ ਹੈ. ਤੇ ਜਿਹੜਾ ਸਾਡਾ NSS ਜਿਹੜਾ ਹੈ ਡਿਪਾਰਟਮੈਂਟ ਜਿਹੜਾ ਹੈ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਨਾਲ ਐਸੋਸੀਏਟ ਹੈ. ਸੋ ਸਭ ਤੋਂ ਪਹਿਲਾਂ ਮੈਂ ਅੱਜ ਦੇ ਮੁੱਖ ਬੁਲਾਰੇ ਪ੍ਰੋਫੈਸਰ ਅਨੁਪ੍ਰੀਤ ਸਿੰਘ ਜੀ ਟਿਵਾਣਾ ਦਾ ਵੈਲਕਮ ਕਰਦਾ ਹਾਂ. ਤੇ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਅੱਜ ਸਾਡੇ ਵਿੱਚ ਪ੍ਰੋਫੈਸਰ ਅਨੁਪ੍ਰੀਤ ਸਿੰਘ ਜੀ ਟਿਵਾਣਾ ਸਾਡੇ ਵਿੱਚ ਅੱਜ ਦੇ ਮੁੱਖ ਪ੍ਰਵਕਤਾ ਦੇ ਤੌਰ ਦੇ ਉੱਤੇ ਸ਼ਾਮਲ ਹੋ ਰਹੇ ਹਨ. ਪ੍ਰੋਫੈਸਰ ਅਨੁਪ੍ਰੀਤ ਸਿੰਘ ਜੀ ਟਿਵਾਣਾ ਜੋ ਕਿ ਜਿਓਗ੍ਰਾਫੀ ਡਿਪਾਰਟਮੈਂਟ ਕਾਲਜ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹੈਡ ਨੇ. ਇਹ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਸਾਡੇ ਨਾਰਥ ਇੰਡੀਆ ਦਾ ਫਸਟ ਆਟੋਨਮਸ ਕਾਲਜ ਹੈ. ਤੇ ਇਹ ਮੇਰੇ ਲਈ ਵੀ ਬਹੁਤ ਮਾਣ ਵਾਲੀ ਗੱਲ ਰਹੀ ਹੈ ਕਿ ਮੈਂ ਆਪਣੇ ਟੀਚਿੰਗ ਕੈਰੀਅਰ ਦੀ ਸ਼ੁਰੂਆਤ ਮਾਤਾ ਗੁਜਰੀ ਕਾਲਜ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕੀਤੀ ਸੀ. 2006 ਦੇ ਵਿੱਚ ਜਦੋਂ ਬਤੌਰ ਅਸਿਸਟੈਂਟ ਪ੍ਰੋਫੈਸਰ ਮੈਂ ਮਾਤਾ ਗੁਜਰੀ ਕਾਲਜ ਦੇ ਵਿੱਚ ਆਪਣੀ ਟੀਚਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ. ਉਸ ਸਮੇਂ ਪ੍ਰੋਫੈਸਰ ਅਨੁਪ੍ਰੀਤ ਸਿੰਘ ਜੀ ਟਿਵਾਣਾ ਨੇ ਵੀ ਉਸੇ ਸਾਲ ਹੀ ਉੱਥੇ ਜੁਆਇਨ ਕੀਤਾ ਸੀ. ਤੇ ਕਿਉਂਕਿ ਪਹਿਲਾਂ ਮੈਂ ਉੱਥੇ ਸਟੂਡੈਂਟ ਵੀ ਰਿਹਾ ਤੇ ਜਦੋਂ ਸਟੂਡੈਂਟ ਤੋਂ ਬਾਅਦ ਇੱਕ ਟੀਚਿੰਗ ਵਾਲੇ ਪਾਸੇ ਜਦੋਂ ਆਉਣਾ ਹੁੰਦਾ ਹੈ ਇਹ ਸਾਡੇ ਲਈ ਇੱਕ ਬੜੀ ਮਾਣ ਵਾਲੀ ਗੱਲ ਹੁੰਦੀ ਹੈ. ਤੇ ਉਸ ਸਮੇਂ ਮੈਨੂੰ ਇਹ ਮਾਣ ਹੈ ਕਿ ਮੈਂ ਪ੍ਰੋਫੈਸਰ ਅਨੁਪ੍ਰੀਤ ਸਿੰਘ ਜੀ ਟਿਵਾਣਾ ਦਾ ਕੁਲੀਗ ਵੀ ਰਿਹਾ ਹਾਂ. ਤੇ ਮੈਂ ਇਹਨਾਂ ਕੋਲੋਂ ਬਹੁਤ ਕੁਝ ਸਿੱਖਿਆ ਕਿਉਂਕਿ ਹਜੇ ਮੈਂ ਆਪਣੀ ਰੀਸੈਂਟਲੀ ਮੈਂ ਪਾਸ ਆਊਟ ਹੋਇਆ ਸੀਗਾ 2005 ਦੇ ਵਿੱਚ ਤੇ 2006 ਦੇ ਵਿੱਚ ਮੈਂ ਆਪਣਾ ਟੀਚਿੰਗ ਕੈਰੀਅਰ ਸ਼ੁਰੂ ਕੀਤਾ. ਤੇ ਪ੍ਰੋਫੈਸਰ ਅਨੁਪ੍ਰੀਤ ਸਿੰਘ ਜੀ ਟਿਵਾਣਾ ਨੇ ਮੈਨੂੰ UGC ਨੈਟ ਦੇ ਐਗਜ਼ਾਮ ਦੇ ਲਈ ਬਹੁਤ ਜ਼ਿਆਦਾ ਪ੍ਰੇਰਿਤ ਕੀਤਾ, ਮੈਨੂੰ ਮੋਟੀਵੇਟ ਕੀਤਾ. ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਗਾਈਡੈਂਸ ਦਿੱਤੀ ਤੇ ਜਿਹਦੇ ਕਾਰਨ ਕਰਕੇ ਮੈਂ UGC ਨੈਟ ਕਲੀਅਰ ਕਰਕੇ ਇੱਕ ਰੈਗੂਲਰ ਜੌਬ ਦੇ ਵੱਲ ਤੁਰ ਪਿਆ. ਤੇ ਜਿੱਥੇ ਪ੍ਰੋਫੈਸਰ ਟਿਵਾਣਾ ਬੜੇ ਮਿੱਠੇ ਸੁਭਾਅ ਦੇ ਮਾਲਕ ਨੇ ਉੱਥੇ ਪ੍ਰੋਫੈਸਰ ਟਿਵਾਣਾ ਬਹੁਤ ਹੀ ਇੰਟੈਲੀਜੈਂਟ. ਤੇ ਇਹ ਡਾਕਟਰ ਟਿਵਾਣਾ ਜਿਹੜੇ ਨੇ ਇਹਨਾਂ ਨੇ ਆਪਣੇ MSc ਜਿਓਗ੍ਰਾਫੀ ਦੇ ਵਿੱਚ ਗੋਲਡ ਮੈਡਲਿਸਟ ਵੀ ਹੈਗੇ ਨੇ. ਤੇ ਇਹਨਾਂ ਦੇ 18 ਸਰਚ ਪੇਪਰ ਜਿਹੜੇ ਨੇ ਉਹ ਇੰਟਰਨੈਸ਼ਨਲ ਤੇ ਨੈਸ਼ਨਲ ਰਿਪਿਊਟਡ ਜਰਨਲ ਦੇ ਵਿੱਚ ਛਪ ਚੁੱਕੇ ਨੇ. ਇਸ ਤੋਂ ਇਲਾਵਾ ਇਹਨਾਂ ਨੇ 42 ਇੰਟਰਨੈਸ਼ਨਲ ਤੇ ਨੈਸ਼ਨਲ ਕਾਨਫਰੰਸ ਨੂੰ ਅਟੈਂਡ ਕੀਤਾ ਹੈ. ਅਤੇ ਜੇਕਰ ਅਸੀਂ ਇਹਨਾਂ ਦੇ NCC ਬਾਰੇ ਗੱਲ ਕਰੀਏ ਤੇ ਸੀ ਸਰਟੀਫਿਕੇਟ ਹੋਲਡਰ ਨੇ ਵਿਦ ਅਲਫਾ ਗ੍ਰੇਡ. ਜਿਹੜਾ ਅਲਫਾ ਗ੍ਰੇਡ ਹੁੰਦਾ ਉਸਨੂੰ ਅਸੀਂ A ਗ੍ਰੇਡ ਕਹਿ ਦਿੰਦੇ ਹਾਂ ਤੇ ਇਸ ਨੂੰ ਕਿਹਾ ਜਾਂਦਾ ਹੈ ਅਲਫਾ ਗ੍ਰੇਡ ਜੋ ਮਤਲਬ ਕਿ NCC ਵੱਲੋਂ. ਤੇ ਇਹ ਗਵਰਨਰ ਅਵਾਰਡੀ ਨੇ, ਪੰਜਾਬ ਸਰਕਾਰ ਵੱਲੋਂ ਵੀ ਇਹਨਾਂ ਨੂੰ ਅਵਾਰਡ ਦਿੱਤਾ ਗਿਆ ਹੈ. ਪੰਜਾਬ ਦੇ ਗਵਰਨਰ ਵੱਲੋਂ ਵੀ ਇਹਨਾਂ ਨੂੰ NCC ਦੀ ਪ੍ਰਾਪਤੀਆਂ ਦੇ ਲਈ ਅਵਾਰਡ ਮਿਲਿਆ ਹੈ.
ਇਸ ਤੋਂ ਇਲਾਵਾ ਇਹ ਪ੍ਰਾਈਮ ਮਿਨਿਸਟਰ ਆਫ ਇੰਡੀਆ ਦੁਆਰਾ ਵੀ ਅਵਾਰਡ ਪ੍ਰਾਪਤ ਨੇ ਤੇ ਜਿੱਥੇ ਇਹ ਐਨਸੀਸੀ ਦੇ ਨਾਲ ਜੁੜੇ ਨੇ ਉੱਥੇ ਇਹਨਾਂ ਨੇ ਬੈਸਟ ਐਨਐਸਐਸ ਵਲੰਟਰੀ ਦਾ ਵੀ ਅਵਾਰਡ ਜਿਹੜਾ ਹੈ ਪ੍ਰਾਪਤ ਕੀਤਾ ਹੈ। ਇਹ ਇਸ ਤੋਂ ਇਲਾਵਾ ਇਹ ਬੈਸਟ ਰੈੱਡ ਕਰਾਸ ਕਾਉਂਸਲਰ ਅਵਾਰਡ ਜਿਹੜਾ ਹੈ ਉਹ ਵੀ ਪ੍ਰਾਪਤ ਕਰ ਚੁੱਕੇ ਨੇ। ਸੋ ਮੈਂ ਇਹਨਾਂ ਨੂੰ ਜੀ ਆਇਆਂ ਆਖਦਾ ਹਾਂ, ਆਪਣੇ ਕਾਲਜ ਅਤੇ ਪ੍ਰਿੰਸੀਪਲ ਸਰ ਵੱਲੋਂ ਇਹਨਾਂ ਨੂੰ ਦੁਬਾਰਾ ਤੋਂ ਵੈਲਕਮ ਕਰਦਾ ਹਾਂ ਅਤੇ ਨਾਲ ਹੀ ਸਾਰੇ ਪਾਰਟਿਸਪੈਂਟਸ ਜਿਹੜੇ ਅੱਜ ਦੇ ਵੈਬੀਨਾਰ ਦੇ ਵਿੱਚ ਸ਼ਾਮਲ ਹੋਏ ਨੇ ਇਹਨਾਂ ਸਾਰਿਆਂ ਦਾ ਵੀ ਮੈਂ ਵੈਲਕਮ ਕਰਦਾ ਹਾਂ। ਸੋ ਮੈਂ ਬਹੁਤਾ ਸਮਾਂ ਨਹੀਂ ਲੈਂਦਾ ਤੇ ਹੁਣ ਮੈਂ ਅੱਜ ਦੇ ਮੁੱਖ ਬੁਲਾਰੇ ਪ੍ਰੋਫੈਸਰ ਅਨੂਪ ਕ੍ਰਿਸ਼ਨ ਜੀ ਟਿਵਾਣਾ ਨੂੰ ਬੇਨਤੀ ਕਰਦਾ ਹਾਂ ਕਿ ਉਹ ਅੱਜ ਦਾ ਵੈਬੀਨਾਰ ਸਟਾਰਟ ਕਰਨ। ਥੈਂਕ ਯੂ ਸਰ। थैंक यू प्रोफेसर हरमन जी, मेरी आवाज आ रही है? हाँ जी सर आ रही है। मैं एक बेनती करना चाहता जोगिंदर कुमार जी, तुसी प्रेजेंटिंग ना करो ते सारे पार्टिसिपेंट्स के लिए बेनती है कि डिस्टर्बेंस होंदी है, प्रेजेंटिंग ना की जाए। थैंक यू सर। सर आ रही है आवाज जी? थैंक यू। मेरी जोगिंदर कुमार जी ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਕਿਰਪਾ ਕਰਕੇ ਪ੍ਰੈਜੈਂਟੇਸ਼ਨ ਨਾ ਕਰਨ, ਕਿਉਂਕਿ ਜੇਕਰ ਤੁਸੀਂ ਪ੍ਰੈਜ਼ੈਂਟ ਕਰੋਗੇ ਤਾਂ ਮੇਰੇ ਤੋਂ ਪੀਪੀਟੀ ਪ੍ਰੈਜ਼ੈਂਟ ਨਹੀਂ ਹੋ ਸਕਦੀ। ਇਸੇ ਤਰ੍ਹਾਂ ਮੈਂ ਮੈਡਮ ਡਿੰਪਲ ਰਾਣੀ ਜੀ ਨੂੰ ਵੀ ਬੇਨਤੀ ਕਰਦਾ ਕਿ ਕਿਰਪਾ ਕਰਕੇ ਪ੍ਰੈਜ਼ੈਂਟ ਨਾ ਕਰਨ। ਪ੍ਰੈਸਾ ਪਲੀਜ਼ ਇਹ ਪ੍ਰੈਜ਼ੈਂਟੇਸ਼ਨ ਨੂੰ ਰੁਕਵਾਓ ਜੀ। ਆ ਸਾਰਿਆਂ ਦੇ ਵਿੱਚ ਚਰਨਾਂ 'ਚ ਬੇਨਤੀ ਹੈ ਕਿ ਨਾ ਕਰੋ ਪਲੀਜ਼। ਆਪਾਂ ਸਾਰੇ ਇੱਥੇ ਜਿਹੜੇ ਹੈਗੇ ਆ ਪੜ੍ਹੇ ਲਿਖੇ ਹੈਗੇ ਆ, ਸੋ ਇਹ ਚੀਜ਼ਾਂ ਨੂੰ ਧਿਆਨ kindly stop presenting so that our eminent resource person is able to deliver his lecture effectively. Please presenting stop कर दें आप, this is our request. जोगिंदर कुमार जी साडी आवाज आ रही है ਤੁਹਾਨੂੰ? आवाज आ रही है जी, ਇਹਨਾਂ ਸਾਰਿਆਂ ਨੂੰ ਆ ਰਹੀ ਹੈ। बट जोगिंदर कुमार जी ਸਰ, ਹਾਂ ਅਸੀਂ ਤੁਹਾਡਾ ਐਡਰੈਸ ਦੇਖ ਲਿਆ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਪੁਲਾਰ। ਕਿਰਪਾ ਕਰਕੇ ਜੋਗਿੰਦਰ ਕੁਮਾਰ ਜੀ ਪ੍ਰੈਜੈਂਟੇਸ਼ਨ ਬੰਦ ਕਰ ਦਿਓ ਤਾਂ ਕਿ ਆਪਾਂ ਸ਼ੁਰੂ ਕਰ ਸਕੀਏ। ਸਰ ਮੈਂ ਇਹ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਅੱਜ ਦੇ ਸਮੇਂ ਜਿਹੜਾ ਕੋਵਿਡ ਰਜੀਮ ਜਿਹੜਾ ਚੱਲ ਰਿਹਾ ਹੈ, ਇਸ ਦੇ ਵਿੱਚ ਸਾਰੇ ਆਪਾਂ ਆਨਲਾਈਨ ਕਲਾਸਿਸ ਲਗਾ ਰਹੇ ਹਾਂ ਤੇ ਆਨਲਾਈਨ ਕਲਾਸਿਸ ਦੇ ਵਿੱਚ ਅਸੀਂ ਬਹੁਤ ਕੁਝ ਸਿੱਖ ਚੁੱਕੇ ਹਾਂ ਕਿ ਅਸੀਂ ਕਿੱਦਾਂ ਲੈਕਚਰ ਡਿਲੀਵਰ ਕਰਨਾ ਹੈ। So please attend the resource person. I request our technical advisor and assistant to this webinar who has worked a lot, Ma'am Harpreet Kaur, that if someone is not listening, kindly remove them. Kindly remove them from webinar. Thank you very much. Please start the sir webinar. ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। I am very grateful to the management and especially to the principal Dr. Sahib Singh ji, Honorable Dr. Rakesh Baba ji, who is a very wonderful person, very eminent scholar, a historian, Professor Harman ji, Professor Kamal from Government College Mandi Gobindgarh, and all the delegates. Today we are here to discuss and debate about the new education policy 2020. Now the policy is in the public domain. मैं इत्थे तुहाडे नाल ये गल सांझी करना चाहुंदा हां कि चाहे सरकार ने यह पॉलिसी रिलीज कर दी है, पर हाले तक यह पॉलिसी पार्लीमेंट दे विच पास नहीं हुई, कैबिनेट की मंजूरी हुई। हाले भी साडे कोल समा है, असी इंटलैक्चुअल्स हाँ, बुद्धिजीवी वर्ग का हिस्सा हाँ, and it is our responsibility to evaluate the pros and cons of this policy. That is very important in the contemporary situation. नहीं ਤਾਂ ਕੀ ਹੈ ਕਿ ਜਦੋਂ ਸਮਾਂ ਬੀਤ ਜਾਂਦਾ ਹੈ ਤਾਂ ਉਸ ਤੋਂ ਬਾਅਦ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਇੱਕ ਅਧਿਆਪਕ ਦਾ रोल मॉडल वाला हुंदा है, एक लाइट हाउस हुंदा है अध्यापक, and if a teacher can contribute in the policy formation or in the policy evaluation, or he or she can suggest some suggestions to the state, to the government, तो उहदे वर्गी कोई रीस नहीं हो सकती, क्योंकि we are the stakeholders. So I am going to present my PPT and I request you all to please pay
the screen which is showing my PPT, and I will start with the sharing that. The topic of today's talk is new education policy. What are the implications for the higher education in Punjab? PPT सारे नु नजर आ रही है जी? PPT Yes, नजर आ sir. रही है? Yes. Okay. Yes, sir. Okay. So today we will discuss on implications of new education policy 2020 for higher education in Punjab. Punjab is a state, Punjab is a region, Punjab is a land where the first book of the world was written. Dr. Rakesh Baba is there, he is a historian. ਇਹ ਉਹ ਧਰਤੀ ਹੈ ਕਿ ਦੁਨੀਆ ਦੀ ਪਹਿਲੀ ਕਿਤਾਬ ਲਿਖੀ ਗਈ ਸੀ। ਇਹ ਉਹ ਧਰਤੀ ਹੈ ਜਿੱਥੇ ਤਕਸ਼ਿਲਾ ਵਰਗੀ ਯੂਨੀਵਰਸਿਟੀ ਸਥਾਪਿਤ ਸੀ, ਜਿੱਥੋਂ ਦੁਨੀਆ ਤੋਂ ਲੋਕ ਗਿਆਨ ਹਾਸਲ ਕਰਨ ਦੇ ਲਈ ਆਉਂਦੇ ਸਨ। ਉਹਨਾਂ ਨੂੰ ਹਿਮਾਲਿਆ ਪਰਬਤ ਵੀ ਨਹੀਂ ਸੀ ਰੋਕ ਸਕਦਾ। ਅੱਜ ਚਾਈਨਾ ਜੇ ਅਮਰੀਕਾ ਨੂੰ ਟੱਕਰ ਦੇ ਰਿਹਾ ਹੈ ਤਾਂ ਜਿਹੜੀ ਉਹਨਾਂ ਦੀ ਇੰਟੈਲੈਕਚੁਅਲ ਗਰਾਊਂਡਿੰਗ ਹੈ, ਉਹ ਗਰਾਊਂਡਿੰਗ ਕਿਤੇ ਨਾ ਕਿਤੇ ਸਾਡੇ ਪੰਜਾਬ ਦੇ ਉਸ ਇੰਟੈਲੈਕਚੁਅਲ ਫਲੇਵਰ ਦੇ ਵਿੱਚੋਂ ਨਿਕਲੀ ਹੈ, ਜਿਸ ਨੂੰ ਅਸੀਂ ਸਿੰਜਿਆ, ਜਿਸ ਦਾ ਉਦੇ ਇਸ ਧਰਤੀ ਤੇ ਹੋਇਆ। And today the situation is very different from the history, from the past. Now what is happening? Present day Punjab is the capital of Sharab, Kebab and Shabab. ਇਹ ਗੁਰੂਆਂ ਪੀਰਾਂ ਦੀ ਧਰਤੀ, ਗੁਰੂ ਨਾਨਕ ਦੀ ਧਰਤੀ। May I know, am I on the right lines? May I get the information? Punjabi or English is comfortable with everybody, or I also need to speak Hindi? No, no, sir. If you are speaking in English also beside Punjabi, that's comfortable. No problem in that. No need for Hindi, sir? No, no. Punjabi and English are comfortable. The participants who have joined us from outside state, they are basically from Maharashtra and Northeast, and they are very well versed in English. No problem. So, जो पंजाब है, गुरु नानक का पंजाब, वहां पर 1947 से पहले 5 दरिया, 5 नदियां बहती थी, और आज उस पंजाब में एक छठा दरिया, छठा जो रिवर है दैट इज फ्लोइंग, वो दरिया है नशों का, ऑफ द ड्रग्स। व्हाई दिस ऑल हैपेंड? हमें यह सोचने की आवश्यकता है कि हम विस्मार तक पहुंचते विनाश तक कैसे पहुंचते। The place where the first book was written, and now that place is ill famous on the world map for so many social cultural alignments. From this I will start that though the literacy rate in Punjab is very high, but the number of literate illiterates is increasing day by day. ਪੜ੍ਹੇ ਲਿਖੇ ਅਨਪੜ੍ਹਾਂ ਦੀ ਗਿਣਤੀ ਪੰਜਾਬ ਦੇ ਵਿੱਚ ਵੱਧਦੀ ਜਾ ਰਹੀ ਹੈ, ਔਰ ਉਸ ਦੇ ਵਿੱਚ ਜੇ ਅਸੀਂ ਵਿਵੇਚਨ ਕਰੀਏ, critical analysis ਕਰੀਏ, then we find that the fault lies with the education policy of the state. Now what is NEP and what is new in new education policy 2020? ਨਵਾਂ ਕੀ ਹੈ ਨਵੀਂ ਸਿੱਖਿਆ ਨੀਤੀ 2020 ਦੇ ਵਿੱਚ? ਜੁਲਾਈ 29 ਦਾ ਦਿਨ ਜਦੋਂ ਕੈਬਨਿਟ ਨੇ ਮਨਜ਼ੂਰੀ ਦਿੱਤੀ, ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਹੋਈ, ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਪੀਪੀਟੀ ਸ਼ੋ ਕੀਤੀ ਗਈ, ਜਿਸ ਤਰ੍ਹਾਂ ਦੀ ਪੀਪੀਟੀ ਆਪਾਂ ਦੇਖ ਰਹੇ ਹਾਂ, ਔਰ ਇੱਕ ਕੁਝ ਪੇਜਾਂ ਦਾ ਡਾਕੂਮੈਂਟ ਪ੍ਰੈਸ ਦੇ ਨਾਲ ਸ਼ੇਅਰ ਕੀਤਾ ਗਿਆ।
ਸਾਡੀ ਪ੍ਰੈਸ ਬਲਿਹਾਰੀ ਜਾਈਏ, ਉਸ ਪ੍ਰੈਸ ਤੋਂ ਉਹਨਾਂ ਨੇ ਉਸ ਨੂੰ ਕਹਿਤਾ ਕਿ ਪਾਲਿਸੀ ਆ ਗਈ, ਔਰ ਸਾਰੇ ਟੀਵੀ ਚੈਨਲਸ ਨੇ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਨਿਊ ਐਜੂਕੇਸ਼ਨ ਪਾਲਿਸੀ ਹੈਜ਼ ਕਮ। 29 ਤਰੀਕ ਨੂੰ ਜਦੋਂ ਮੇਰੇ ਤੱਕ ਇਹ ਖਬਰ ਪਹੁੰਚੀ ਤਾਂ ਆਈ ਟ੍ਰਾਈਡ ਟੂ ਫਾਈਂਡ ਆਊਟ ਦ ਪਾਲਿਸੀ ਡਾਕੂਮੈਂਟ, ਲੇਕਿਨ ਮੈਨੂੰ ਉਹ ਡਾਕੂਮੈਂਟ ਨਹੀਂ ਮਿਲਿਆ। ਲੇਕਿਨ ਤਕਰੀਬਨ 9 ਵਜੇ ਰਾਤ ਨੂੰ ਮੇਰੇ ਇੱਕ ਮਿੱਤਰ ਨੇ ਮੈਨੂੰ ਈਮੇਲ ਕੀਤੀ। ਤਕਰੀਬਨ 62 ਪੇਜ ਉਦੋਂ ਮੈਨੂੰ ਮਿਲੇ, ਅੱਜ ਉਸ ਦੇ 68 ਪੇजेस ਹਨ ਟਾਈਟਲ ਮਿਲਾ ਕੇ। ਉਹ ਪਾਲਿਸੀ ਮੇਰੇ ਹੱਥ ਲੱਗੀ। After that, I tried to critically analyze the policy. इस पॉलिसी दी बनतर की है, इस पॉलिसी दी बॉडी की है, इस पॉलिसी दी आत्मा की है। पॉलिसी बहुत सुंदर है, बहुत अच्छी है, well written, well documented piece of writing presented by the government of India. बहुत मेहनत की हुई है। लेकिन ਜਦੋਂ ਮੈਂ ਬਿਟਵੀਨ ਦੀ ਲਾਈਨਸ ਪੜਨ ਦੀ ਕੋਸ਼ਿਸ਼ ਕੀਤੀ, ਜਿਹਨੂੰ ਕਹਿੰਦੇ ਨੇ ਕਿ ਹਿਡਨ ਏਜੰਡਾ ਕੀ ਹੈ, ਤਾਂ ਉਹਦੇ ਵਿੱਚੋਂ ਮੈਨੂੰ ਬਹੁਤ ਸਾਰੀਆਂ ਚੰਗੀਆਂ ਗੱਲਾਂ ਵੀ ਲੱਭੀਆਂ ਔਰ ਕੁਝ ਸ਼ੰਕੇ ਵੀ ਖੜੇ ਹੋਏ। ਔਰ ਉਹਨਾਂ ਸ਼ੰਕਿਆਂ ਦੇ ਉੱਪਰ ਜੋ ਅੱਛੇ ਪੁਆਇੰਟ ਸਰਕਾਰ ਨੇ ਦਿੱਤੇ ਹਨ, ਉਹਨਾਂ ਦੇ ਉੱਤੇ ਅੱਜ ਆਪਾਂ ਗੱਲ ਕਰਾਂਗੇ। 2015 ਦੇ ਵਿੱਚ ਐਜੂਕੇਸ਼ਨ ਪਾਲਿਸੀ ਦਾ ਡਰਾਫਟ ਬਣਾਉਣ ਦੀ ਜ਼ਿੰਮੇਵਾਰੀ ਸੁਬਰਾਮਨੀਅਮ ਕਮੇਟੀ ਨੂੰ ਦਿੱਤੀ ਗਈ, ਲੇਕਿਨ ਉਹਨਾਂ ਨੇ ਜਦੋਂ ਉਹ ਸਰਕਾਰ ਨੂੰ ਪੇਸ਼ ਕੀਤੀ ਤਾਂ ਉਹ ਸਰਕਾਰ ਨੂੰ ਪਸੰਦ ਨਹੀਂ ਆਈ। ਦੈਨ ਦ ਫਾਰਮਰ ਇਸਰੋ ਚੇਅਰਪਰਸਨ Dr. Kasturi Rangan, he was appointed as the head of the draft committee. I met Dr. Kasturi Rangan in JNU in the year 2016 for 2-3 minutes. 2-3 ਮਿੰਟ ਮੇਰੀ ਉਹਨਾਂ ਨਾਲ ਗੱਲ ਹੋਈ। ਮੇਰੇ ਇੱਕ ਮਿੱਤਰ ਨੇ ਉੱਥੇ ਡਾਕਟਰ ਤੁਫੈਲ, during the cultural evening of international conference, who interacted with Dr. Kasturi Rangan, ਔਰ ਉਹਨਾਂ ਨੇ ਮਤਲਬ ਉਦੋਂ 2-3 ਗੱਲਾਂ ਸਾਨੂੰ ਪੁੱਛੀਆਂ ਪੰਜਾਬ ਬਾਰੇ। ਡਾਕਟਰ ਤੁਫੈਲ ਇਜ਼ ਫਰਮ ਜੰਮੂ ਕਸ਼ਮੀਰ, ਔਰ ਉਹਨਾਂ ਨੇ ਕਿਹਾ ਵੀ ਆਰ ਪਲੈਨਿੰਗ ਸਮਥਿੰਗ ਫॉर द betterment of the education. At that time, Dr. Kasturi Rangan was also the chancellor of Jawaharlal Nehru University, New Delhi. On the page number 3 of the policy, what has written? What is the aim of the policy? Very important to note. The aim must be for India to have an education system by 2040 that is second to none, with equitable access to the highest quality education for all learners, regardless of social or economical background. A very beautifully written statement. The aim is wonderful. It is the third education policy document of India, and it came after nearly 34 years since the previous one. पहली कोठारी कमीशन ने पेश की सी, और कोठारी कमीशन ने ਜਿਹੜੀ ਰਿਪੋਰਟ ਪੇਸ਼ ਕੀਤੀ 1968 ਦੇ ਵਿੱਚ, ਉਸ ਦਾ ਸਾਡੇ ਦੇਸ਼ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ, ਚੰਗਾ ਵੀ ਤੇ ਮਾੜਾ ਮੋਟਾ ਮਾੜਾ। ਕਿਉਂਕਿ ਪਾਲਿਸੀ ਕੋਈ ਵੀ ਹੋਵੇ, ਉਹ 100% ਆਪਣੇ ਏਮ ਨੂੰ ਅਚੀਵ ਨਹੀਂ ਕਰ ਸਕਦੀ ਹੁੰਦੀ। ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜੋ ਪੋਜ਼ਿਟਿਵ ਪ੍ਰੋਸ ਹਨ ਉਸ ਪਾਲਿਸੀ ਦੇ, ਉਹਨਾਂ ਨੂੰ ਅਚੀਵ ਕਰਨ ਦੇ ਲਈ ਅਸੀਂ ਸਰਕਾਰਾਂ ਨੂੰ ਬੇਨਤੀ ਕਰੀਏ, ਸਰਕਾਰਾਂ ਨੂੰ ਮਜਬੂਰ ਕਰੀਏ। The second came during the regime of Rajiv Gandhi in 1986. और ਉਸ ਤੋਂ ਬਾਅਦ 2015 ਦੇ ਵਿੱਚ ਕੋਸ਼ਿਸ਼ ਕੀਤੀ ਗਈ। This is the historical background of this policy formation. 29 ਜੁਲਾਈ ਨੂੰ the HRD minister, he announced that this policy will have direct impact on 1,000 universities, more than 1,000 universities and research institutes, 45,000 degree colleges,
1.5 lakh schools ਤੇ ਤਕਰੀਬਨ ਜਿੰਨੀ ਅਮਰੀਕਾ ਦੀ ਪਾਪੂਲੇਸ਼ਨ ਹੈ ਉਸ ਪਾਪੂਲੇਸ਼ਨ ਤੋਂ ਜ਼ਿਆਦਾ 32 ਕਰੋੜ ਦੇ ਆਸ-ਪਾਸ ਯੂਨਾਈਟਿਡ ਸਟੇਟਸ ਆਫ ਅਮਰੀਕਾ USA ਦੀ ਪਾਪੂਲੇਸ਼ਨ ਹੈ ਉਸ ਤੋਂ ਜ਼ਿਆਦਾ ਸਾਡੇ ਦੇਸ਼ ਦੇ ਵਿੱਚ ਵਿਦਿਆਰਥੀ ਹਨ very important point to note here that India is a young country and one day we will compete China ਸਿੱਧੇ ਤੌਰ ਤੇ ਤਕਰੀਬਨ 1.25 ਲੱਖ ਅਧਿਆਪਕ ਪ੍ਰਭਾਵਿਤ ਹੋਣਗੇ ਇਸ ਪਾਲਿਸੀ ਦੇ ਨਾਲ ਲੇਕਿਨ ਜੇ ਤੁਸੀਂ ਥਰਡ ਪੁਆਇੰਟ ਨੂੰ ਦੁਬਾਰਾ ਦੇਖੋ ਇਸ ਸਲਾਈਡ ਦੇ ਉੱਪਰ ਇਹ ਐਜੂਕੇਸ਼ਨ ਸਿਸਟਮ ਏਮ ਕਰਦਾ ਹੈ 2040 ਤੱਕ ਆਪਣੇ ਲਕਸ਼ ਨੂੰ ਪ੍ਰਾਪਤ ਕਰਨ ਦਾ 2040 ਦੇ ਵਿੱਚ ਤੋਂ ਪਹਿਲਾਂ ਮੈਂ ਰਿਟਾਇਰ ਹੋ ਰਿਹਾ ਜਿੰਨੇ ਆਪਾਂ ਇੱਥੇ ਬੈਠੇ ਆ ਉਹਨਾਂ ਚੋਂ ਮੈਨੂੰ ਲੱਗਦਾ ਹੈ ਕਿ 70-80% ਅਸੀਂ 2040 ਤੱਕ ਰਿਟਾਇਰ ਹੋ ਜਾਵਾਂਗੇ ਪ੍ਰੋਫੈਸਰ ਹਰਮਨਪ੍ਰੀਤ ਸ਼ਾਇਦ ਉਦੋਂ ਤੱਕ ਜੌਬ ਦੇ ਵਿੱਚ ਹੋਣਗੇ ਲੇਕਿਨ the question arises that why we should be connected to this policy if the government will provide the full package by 2040 ਅਸੀਂ ਜੇਕਰ ਸੌਂਦੇ ਰਹੇ ਤਾਂ 2040 ਦੇ ਵਿੱਚ ਜਦੋਂ ਅਸੀਂ ਰਿਟਾਇਰ ਹੋਵਾਂਗੇ ਤਾਂ ਇਸ ਦੇਸ਼ ਦੀ ਤਸਵੀਰ ਬਦਲੀ ਹੋਊਗੀ ਉਹ ਤਸਵੀਰ ਅੱਛੀ ਵੀ ਹੋ ਸਕਦੀ ਹੈ ਤੇ ਭਿਆਨਕ ਵੀ ਹੋ ਸਕਦੀ ਹੈ that would be disastrous also and that is why the present is very important for this policy further ਮੈਂ ਅੱਜ ਦੀ ਇਹ ਸਾਰੀ ਜਿਹੜੀ ਟਾਕ ਹੈ ਇਸ ਨੂੰ ਪੋਸਟਰਸ ਦੇ ਜ਼ਰੀਏ ਕਾਰਟੂਨਸ ਦੇ ਜ਼ਰੀਏ ਤੁਹਾਡੇ ਨਾਲ ਡਿਸਕਸ ਕਰੂੰਗਾ I will discuss the whole gamut of the national education policy through the posters, through the cartoons, through the pictures. मैं कोशिश करूंगा यूनिवर्सिटी न्यूज एक जर्नल है एसोसिएशन ऑफ इंडियन यूनिवर्सिटीज दा UGC दा my director principal called me in his office and requested me to write 2-3 pages on the salient features of the draft National Education Policy 2019. So Dr. Kashmir Singh ਦੇ ਕਹਿਣ ਤੇ ਮੈਂ ਡਰਾਫਟ ਚੱਕਿਆ 484 ਪੇਜਾਂ ਦਾ ਡਰਾਫਟ ਸੀ ਵੈਰੀ ਬਲਕੀ ਔਰ ਮੈਂ ਉਸ ਨੂੰ ਪੜ੍ਹਨਾ ਸ਼ੁਰੂ ਕੀਤਾ ਤੁਹਾਡੇ ਨਾਲ ਇਹ ਗੱਲ ਮੈਂ ਤਾਂ ਸਾਂਝੀ ਕਰ ਰਿਹਾ ਕਿ ਇਸ ਡਰਾਫਟ ਦੇ ਟਾਈਮ ਤੋਂ ਹੀ ਤਕਰੀਬਨ 1.5 ਸਾਲ ਤੋਂ ਮੈਂ ਇਸ ਦੇ ਨਾਲ ਜੁੜਿਆ ਹਾਂ and then I wrote an article along with my colleague in the Department of Geography Mata Gujri College. We wrote an article, Do We Let the Higher Education to Fester? Critical Analysis and Policy Interventions on DNEP 2019 and it is available. अगर हिंदी में बात करें तो इस आर्टिकल का जो टाइटल मैंने रखा वो मैंने रखा क्या हम उच्चतर शिक्षा को नासूर बनने देंगे and from that point of time I analyzed this policy in detail and I tried to conceptualize the hidden pros and cons. Now the first poster, share your inputs on draft. When this draft came in 2019, the government issued public notices in the newspapers. सभी विश्वविद्यालयों में, कॉलेजेस में, स्कूलों में जो पब्लिक रिप्रेजेंटेटिव्स हैं उनके पास पत्र भेजे गए कि आप लोग इस पॉलिसी के ऊपर अपने विचार दीजिए 2 महीने में तकरीबन 3 लाख के से ज्यादा जो पत्र हैं, सुजेशंस हैं, वह MHRD मिनिस्ट्री को प्राप्त हुए और इतने मास लेवल पर कभी हिंदुस्तान के लोगों ने इससे पहले विचार अपने व्यक्त नहीं किए थे. Then I came across this different mother tongues, common butter tongue
जब ये ड्राफ्ट आया तो उसके बाद ये एडवर्टाइजमेंट आई अमूल की, इसने मुझे प्रभावित किया। देन इन द इंटरनेशनल मीडिया, or you can say the media sponsored by the capitalist forces, जो पूंजीवादी लोग हैं, पूंजीवादी देश हैं, उनकी सहायता से जो प्रिंट मीडिया चल रहा है, इलेक्ट्रॉनिक मीडिया चल रहा है, उसमें एक ये नया कार्टून आया जिसमें एजुकेशन पॉलिसी के कारण स्कूल एजुकेशन को डूबते हुए दिखाया गया, और मुझे इसके बाद थोड़ा दुख भी हुआ। दिसंबर के अंत में, इन द दिसंबर 2019, ये एक ट्रेन आई और इसके आगे लगा हुआ था एक नेता का चेहरा। मेरी पीपीटी शो हो रही है जी? हेलो? Yes, sir. Yes, sir. Very clear. Okay. Please let me know if there would be any problem. इस ट्रेन के आगे नेता का चेहरा लगा हुआ था और इसके ऊपर बहुत कमेंट्स आए सोशल मीडिया में that this education policy will be influenced by the politicians. And then I wrote this article in the university news along with my colleague. उसके बाद, now what are the key takeaways from this policy? इस policy से हमें क्या मिलने वाला है? So, Honorable Dr. Babaji, the first point is there is restructuring of the pedagogical and curricular framework. Earlier it was 10+2 and now it is 5+3+3+4. पहले हम 6 साल के बच्चे को शिक्षा देना आरंभ करते थे, लेकिन इस बार सरकार ने अच्छा काम किया कि 3 साल से विद्यार्थी को शिक्षित करने का काम करने की सोच रही है। पहले जो अपर लिमिट थी वो 16 साल थी, अब वो 18 साल है। दैट इज ऑल्सो वेरी गुड पॉइंट। सरकार ज्यादा समय के लिए हमारे बच्चों को, हमारे नौजवानों को पैटर्नेज करने वाली है। दैट इज अ वेरी गुड ब्यूटीफुल पॉइंट। अब 3 साल के बच्चे के लिए ये भी प्रावधान है कि वह पढ़ेगा नहीं 3 से लेकर के 6 साल तक, नहीं, खेल कूद के साथ पढ़ाई करना सीखेगा। लर्निंग बाय प्लेइंग। द सेम थिंग दैट इज हैपनिंग इन द private institutions, private schools of the country, the schools that are meant for the elites, for the rich upper class. Now that facility will be available for all in India right from the age of 3 to the age of 18. Now people are not interested in government schools, but this policy gave a note that preschool education will be also in the government schools of India. प्री नर्सरी, नर्सरी, वो सब जो है वो सरकारी स्कूलों में भी होगा। एंड द थर्ड मोस्ट इंपॉर्टेंट थिंग जिसके ऊपर सबसे ज्यादा क्रिटिसिज्म हायर एजुकेशन में हो रही है, हायर एजुकेशन पे इस पॉइंट को मैं थोड़ा आगे जाकर के डिस्कस करूंगा, दैट इज मल्टीडिसिप्लिनरी अप्रोच। Suppose you are a student of science and you are interested in history, you can learn history. अगर आप मेडिकल के विद्यार्थी हैं और आप साथ में संगीत सीखना चाहते हैं तो आप सीख सकते हैं। Now the next, this webinar or this event is organized by NCC and NSS. So there is focus on extracurricular activities. करिकुलर को थोड़ा कम किया गया है, जो पढ़ाई का बोझ है उसको कम किया गया है और उसकी जगह पर जो एक्स्ट्रा करिकुलर एक्टिविटीज हैं उनके ऊपर एम्फेसिस है, फोकस है। नाउ व्हाट द एनसीसी विल गेन? एनसीसी विल बी गिवन मोर फंडिंग
And NCC will be available in secondary and higher secondary schools, and it will be under the Ministry of Defense. A very strong point here for NCC cadets and the people who love unity and discipline. The next point, जिसकी वजह से भारत में, पूरी दुनिया में जो हमारी शिक्षा प्रणाली है उसको बड़ी इज्जत मिलेगी, that will be, board exams will be much easier. आप सारा साल पढ़ाई करते हैं, एग्जामिनेशन से एक दिन पहले फूड पॉइजनिंग हो गई, कोई घर परिवार में बुजुर्ग अल्लाह को प्यारा हो गया और अगले दिन आपका एग्जाम है, और एग्जाम के लिए आपको काफी मेहनत करनी पड़ती है। अब उस तरह का प्रेशर स्टूडेंट्स के ऊपर नहीं होगा। सपोज आपका एग्जाम खराब हो गया, you have not performed well in your examination, in your written papers, then there is option of improvement of grades. साल में 2 बार इम्तिहान का प्रोविजन है। अगर एक बार आपका ग्रेड अच्छा नहीं है, आपकी परसेंटेज अच्छी नहीं है, you have not achieved your goal, you can opt for the second option to improve your marks. And the next very important takeaway from this policy, freedom to choose language given to the students and the state government. आप किस भाषा में पढ़ना चाहते हैं? एक उर्दू का शेर है कि इस दौरे तरक्की के अंदाज निराले हैं, जहनों में अंधेरे हैं, सड़कों पे उजाले हैं। This is the present situation of education in India. English, 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 only English. No other language is important in contemporary scenario of education. And we don't have infrastructure, we don't have books in Hindi, we don't have study material in Punjabi. आज भी मेडिकल साइंस की किताबें पंजाबी में नहीं है, अगर हिंदी में है तो उनको पढ़ पाना अच्छे अच्छे लोगों के बस की बात नहीं है। हिंदी की ये विडंबना हो गई है कि इस देश में राष्ट्रभाषा होते हुए भी, और ये सरकार जो है, मौजूदा सरकार, ये हिंदी के प्रति मोह रखती है, लेकिन हिंदी की विडंबना ये है कि हिंदी भी 2 भागों में बंट चुकी है, एक संस्कृत निष्ठ हिंदी और दूसरी हिंदुस्तानी। You will get maximum reading material, you will get the listening material in Hindustani rather than Sanskrit निष्ठ हिंदी। लेकिन कहीं ना कहीं जो हमारी असली भाषा है हिंदी, वो हमारे देश से दूर होती जा रही है, आम लोगों की पहुंच से दूर होती जा रही है। Similar is the case with Punjabi and other languages. There is a clear-cut murder of the languages by the governments, previous governments. नेताओं ने लैंग्वेज को कभी इंपॉर्टेंस दी ही नहीं, और ये पॉलिसी लैंग्वेज के ऊपर बात करती है। यह लैंग्वेज की फ्रीडम दे रही है, ये विद्यार्थी को इस बात की आजादी देती है कि वह मदर टंग में, अपनी माँ बोली में, अपनी मातृभाषा में, माँ बोली दे विच पढ़ सके। 5वीं तक दी सिक्ख्या इस एजुकेशन पॉलिसी दे तहत माँ बोली दे विच होगी, मदर टंग। और बहुत एक होर इंपॉर्टेंट गल है कि जेकर सरकार चाहे, समाज चाहे, तो 8वीं तक भी ओह सिक्ख्या दा माध्यम माँ बोली, मातृभाषा हो सकती है। वेरी इंपॉर्टेंट थी। लेकिन इत्थे सोचण वाली गल है कि की असी तैयार हाँ, असी तो मतलब मैं तुसी
ਜਿਹੜੇ ਇਸ ਵਿਚਾਰ ਚਰਚਾ ਦੇ ਵਿੱਚ ਨਹੀਂ ਹੈਗੇ ਕਿ ਉਹਨਾਂ ਦੇ ਕੋਲ 5ਵੀਂ ਤੱਕ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਲਈ, 8ਵੀਂ ਤੱਕ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਲਈ ਜਾਂ ਕਾਲਜ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਲਈ ਪੰਜਾਬੀ ਦੇ ਵਿੱਚ ਮਸਾਲਾ ਹੈ, ਗੱਲਬਾਤ ਕਰਨ ਦਾ ਕੰਟੈਂਟ ਹੈ ਮਾਂ ਬੋਲੀ ਦੇ ਵਿੱਚ। ਭਾਸ਼ਾ ਅਜਿਹੀ ਹੋ ਗਈ ਹੈ ਕਿ ਕਈ ਵਾਰ ਇੱਕ ਲਾਈਨ ਦੇ ਵਿੱਚ ਅਸੀਂ 4-5 ਭਾਸ਼ਾਵਾਂ ਦੇ ਸ਼ਬਦ ਇਸਤੇਮਾਲ ਕਰਦੇ ਹਾਂ। ਸਭ ਮਿਲਗੋਬਾ ਹੋ ਗਿਆ, ਉੱਥੇ ਸਾਨੂੰ ਸਮਾਜ ਨੂੰ ਸੁਧਰਨ ਦੀ ਲੋੜ ਹੈ। Now what are the other key takeaways? Now here I am focusing on the higher education and mainly the higher education in Punjab. Dr. Baba ji, Dr. Baba. Yes sir, yes sir, yes sir. I will take another 20-25 minutes. Is that fine? No problem. No Okay. problem at all, sir. No problem at all. Thank you very much. So if we look for the higher education, now graduation will be of 4 years. 4 साल दी होगी, और there are multiple entry options as well as multiple exit options. आप अपनी पढ़ाई को जारी नहीं रख सकते, आप उसको बीच में छोड़ करके 2-3 साल आप अपनी कमाई कीजिए, जो आपकी कोई समस्या उसको हल कीजिए, और उसके बाद वापस आप उसको ज्वाइन कर सकते हैं। For 1 year study you will get certificate, for 2 years diploma, for 3 years degree, और चौथे साल में क्या होगा? In the fourth year will be focused on research projects. और अगर आप 4 साल विद रिसर्च करते हैं, यू आर एलिजिबल फॉर रिसर्च, यू आर एलिजिबल फॉर टेकिंग एडमिशन इन PhD, यू डोंट नीड मास्टर्स। लेकिन मास्टर्स की एक अपनी इंपॉर्टेंस है, उसके ऊपर हम किसी और समय बात करेंगे। The another important issue is 3-tier institutions. अब भारत में 3 स्तर के शिक्षण संस्थाएं होंगी। पहली है Tier 1, that belongs to IITs, research institutes, research universities, topmost universities, research institutes of the India, जिसमें the middle class don't have the access, जहां पर कंपटीशन बहुत है, आम लोगों की पहुंच नहीं है। Tier 2 में होंगी यूनिवर्सिटीज, जैसे गुरु नानक देव यूनिवर्सिटी अमृतसर है, पंजाब यूनिवर्सिटी चंडीगढ़ है, पंजाबी यूनिवर्सिटी पटियाला है। These will be the part of the second hierarchy. और जो कॉलेजेस हैं वो सब आएंगे Tier 3 में, तीसरे स्तर के इंस्टीट्यूट्स में। अब यहाँ पर यह प्रश्न उठता है कि व्हाट इज द फ्यूचर ऑफ द कॉलेजेस हैविंग the strength of 500-1000 students? How will they get the funding from the government? Now it is only quality based funding. अगला जो पॉइंट है that is multidisciplinary universities. अब वो समय गया कि आप इंजीनियरिंग की यूनिवर्सिटी खोल लेंगे, इंजीनियरिंग कॉलेज खोल लेंगे, डेंटल कॉलेज, डेंटल यूनिवर्सिटी है, मेडिकल यूनिवर्सिटी है। नो, now the government wants that there should be multidisciplinary units. उसमें आर्ट्स भी होगा, कॉमर्स भी होगा, ह्यूमैनिटीज भी होगा, साइंस, मेडिकल साइंस, इंजीनियरिंग, वोकेशनल, दुनिया भर का उसमें जो सर्कस है वो होगा। मल्टीडिसिप्लिनरी यूनिवर्सिटीज। और द मोस्ट डेंजरस पॉइंट इज that single stream will fade out by 2040. 2040 के बाद जो इंस्टीट्यूट सिंगल स्ट्रीम है वो उनको खत्म कर दिया जाएगा, उनको सरकार बंद करने जा रही है। हायर एजुकेशन के लिए अगली पीपीटी में जो मैंने फर्स्ट पॉइंट रखा है, नाउ देयर विल बी सिंगल रेगुलेटरी एजेंसी। जैसे अब यूजीसी है, एआईसीटी है, ये सब खत्म, अब एक ही सिंगल रेगुलेटरी एजेंसी होगी जो इंजीनियरिंग को भी देखेगी, मेडिकल को भी देखेगी, साइंस एजुकेशन एज वेल एज द अदर स्ट्रीम्स ऑफ द एजुकेशन। नाउ अबाउट वोकेशनल स्टडीज।
more focus on vocational studies in school level. स्कूल लेवल से ही, स्कूल लेवल तो ही कितामुखी शिक्षा के ऊपर ध्यान दिता जाऊगा। प्रेजेंटली 26.3% कंट्रीब्यूशन है वोकेशनल स्टडीज का, उसको 50% तक 2035 तक लेके जाने की बात है। नेक्स्ट पॉइंट, नो हार्ड सेपरेशन ऑफ स्ट्रीम्स फॉर स्टूडेंट्स। वही बात, अगर आप आर्ट्स के स्टूडेंट हैं तो आप फिजिक्स पढ़ना चाहते हैं, आप पढ़ सकते हैं। यू आर स्टूडेंट ऑफ नॉन मेडिकल, आप उसके साथ जो है ज्योग्राफी पढ़ना चाहते हैं, यू कैन। और देयर इज प्रोविजन ऑफ गिविंग फाइनेंशियल ऑटोनॉमी टू द 45,000 एफिलिएटेड कॉलेजेस ऑफ इंडिया। नीचे से लेकर के ऊपर तक परिवर्तन हुआ, और जो MHRD है, मिनिस्ट्री ऑफ ह्यूमन रिसोर्स डेवलपमेंट, उसको भी, उसका नाम भी बदल के अब होगा मिनिस्ट्री ऑफ एजुकेशन। रिसर्च के लिए एक बहुत इंपॉर्टेंट, क्योंकि हमारे साथ कुछ रिसर्च स्कॉलर्स भी जुड़े हुए हैं। नाउ देयर विल बी नेशनल रिसर्च फाउंडेशन। UGC अपनी फंडिंग करती रहेगी, DBT अपनी करेगी, DST अपनी करेगी, लेकिन उन सबको मॉनिटर जो है नेशनल रिसर्च फाउंडेशन करेगी। और सबसे सोचने वाली बात, चिंता और चिंतन की बात, फॉरेन प्लेयर्स। टॉप की जो 100 यूनिवर्सिटीज हैं वर्ल्ड की, नाउ दे विल स्टार्ट वर्किंग इन इंडिया। यूपीए की गवर्नमेंट के समय में ये बिल पार्लियामेंट में पास हुआ था, और अब it is also the part of this new education policy. The 100 top universities of the world, they will operate from India. They will have their off campuses in India also. Now, what is the trajectory? इसका पाथ क्या है? इस पॉलिसी का implementation कैसे होने वाला है? The policy is meant to transform the education system by 2040. Equitable access to education. सभी को बराबर शिक्षा का मौका दिया जाए। यस, किसी का माइक ऑन है, प्लीज अपना माइक ऑफ कीजिए। प्लीज स्विच ऑफ योर माइक। काइंडली स्विच ऑफ योर माइक। जो नए आए हैं, ये शायद चंद बसन गौड़ा साहेब, आप अपना माइक ऑफ कर लें प्लीज। हाँ, तो ये जो पॉलिसी है, ये 22 प्रिंसिपल्स, 22 सिद्धांतों के ऊपर आधारित है। At the best, the new NEP 2020 is a collection of some clearly stated measures, several feel-good stated intents, and a few good ideas. The most hidden thing in this policy is that it will nudge towards the privatization. और प्राइवेटाइजेशन इस एजुकेशन पॉलिसी के लागू होने के बाद बढ़ेगा। अब प्राइवेटाइजेशन अच्छा होगा बुरा होगा, इसके ऊपर अलग से बात करने का समय नहीं है। और अगली बात जो हायर एजुकेशन के लिए महत्वपूर्ण है, वह है क्रिटिकल थिंकिंग। द होल पॉलिसी somehow intends to create a culture of critical thinking. वही बात चिंता नहीं चिंतन के लिए इस पॉलिसी में बात की गई है। आप सभी रोशन दिमाग हैं। पॉलिसी कोई भी अच्छी बुरी नहीं होती, ये पॉलिसी बहुत अच्छी है। One of the best policies I have read. कई पॉलिसीज की मैंने एनालिसिस किया है, विश्लेषण किया है, बीइंग अ स्टूडेंट ऑफ डेवलपमेंट स्टडीज, ज्योग्राफी एंड पॉलिसी रिसर्च।
पॉलिसी बहुत खूबसूरत है, लेकिन इस पॉलिसी को सरकार किस तरह से लागू करेगी, इसका अच्छा होना बुरा होना उसके ऊपर निर्भर करेगा। If the government will implement this policy in bit and pieces, अगर तो इसको टुकड़ों में लागू करती है, जो अच्छा लगेगा उसको लागू करेंगे, विध्वंस है। Then it will be state sponsored violence, तब ये हिंसक होगी। अगर इसको सही ढंग से लागू किया जाए तो उसके लिए मैं अक्सर ये बात करता हूं, नीति और नियत। नीति अच्छी है, नियत अगर सरकार, कोई भी सरकार होगी आने वाले समय में, क्योंकि सरकार हो सकता है इसको 4-5 साल लागू ही ना करे। पिछली जो पॉलिसीज हैं वो 7-7, 8-8 साल अलमारी में पड़ी रही, उसके बाद सरकारों को याद आई तो उन्होंने इसको लागू किया। इसको भी पता नहीं कितने साल लगेंगे। कोई भी सरकार हो, किसी भी राजनीतिक पार्टी की सरकार हो, तो उसको ये बात हम लोगों को समझानी पड़ेगी कि जो बुद्धिजीवी वर्ग है हिंदुस्तान का, चाहे वो शिक्षक है, चाहे वो विद्यार्थी है, चाहे वो खोजार्थी है, वो इस गल नूं मानदा है कि नीति ठीक है, लेकिन जेकर इसनूं सही नीति दे नाल सरकारां लागू करनगियां तां बहुत वधिया नतीजे आउणगे, वरना कम औखा है। हुण इहदे विच वेलकमिंग स्टैप्स किहड़े ने? सब तो जिहड़ी इंपॉर्टेंट गल मैं ऑब्जर्व कीती वो मैनूं लगदा है टू क्रिएट स्पैशल एजुकेशन जोन्स। जिस तरह स्पैशल इकनॉमिक जोन्स ने इकोनॉमी ਨੂੰ ਵਧਾਉਣ ਦੇ ਲਈ, ਉਸੇ ਤਰ੍ਹਾਂ ਹਿਊਮਨ ਰਿਸੋਰਸ ਨੂੰ ਡਿਵੈਲਪ ਕਰਨ ਦੇ ਲਈ ਸਰਕਾਰ ਨੇ ਡਰਾਫਟ ਕਮੇਟੀ ਦੇ ਕਸਤੂਰੀ ਰੰਗਨ ਜੀ ਨੂੰ ਮੈਂ ਇਸ ਸਮੇਂ ਮੁਬਾਰਕਬਾਦ ਵੀ ਦੇਣਾ ਕਿ ਇਸ ਪੁਆਇੰਟ ਨੇ मतलब मैनू इमोशनल किया है। स्पेशल इकोनॉमिक जोन्स, स्पेशल इकोनॉमिक जोन्स दे तर्ज ते स्पेशल एजुकेशन जोन्स नू डेवलप करके सरकार की करूगी कैपेसिटी बिल्डिंग। टुडे व्हाट इज लैकिंग इन इंडिया, वी डोंट हैव कैपेसिटी फॉर एनी पॉलिसी। वी आर कैपेसिटी वहीन लोग हैं हम लोग। वही बात जो मैंने शुरू में की थी कि पढ़े लिखे अनपढ़ों की गिनती बढ़ती जा रही है। वी हैव डिग्रीज, हमारे पास हुनर नहीं है। वी आर नॉट स्किल्ड। कैपेसिटी बिल्डिंग होगी व्हेन देयर विल बी स्पेशल एजुकेशन जोन्स। एक खास क्षेत्र में जो पीछे है या जो बहुत बढ़िया परफॉर्म कर रहा है, वहां पर एजुकेशन के लिए ज्यादा फंडिंग देकर के, ज्यादा इंफ्रास्ट्रक्चर क्रिएट करके स्पेशल एजुकेशन जोन्स बनेंगे। और जो सरकार इसको लागू करेगी वो सरकार इतिहास में सुनहरी अक्षरों में लिखी जाएगी, अगर स्पेशल एजुकेशन जोन्स के ऊपर गवर्नमेंट काम करती है तो। नौजवानों के लिए क्रेडिट बैंक है। व्हाट इज क्रेडिट बैंक? Suppose the degree is of 10 credits, उसमें से 4 क्रेडिट पहले साल के, 4 दूसरे साल के, तीसरे साल का 1 क्रेडिट, चौथे साल का 1 क्रेडिट। जैसे बैंक में आपकी जमा पूंजी रहती है, वैसे ही आपका इंटेलेक्चुअली जो इंटेलेक्चुअल आपका खजाना है, आपकी पढ़ाई है, उसके क्रेडिट्स भी उसी तरह से मौजूद रहेंगे। आप उनको इकट्ठा कीजिए, आप पड़ाववार कीजिए, स्टेज वाइज अपनी एजुकेशन कीजिए। तो गवर्नमेंट ये चाहती है कि लोग पढ़ें और उनके जो क्रेडिट्स हैं वो अपनी सहूलत के अनुसार, अकॉर्डिंग टू देयर कंफर्ट, दे यूज देयर क्रेडिट्स। द नेक्स्ट इज क्लस्टरिंग ऑफ एजुकेशनल इंस्टीट्यूशंस। क्लस्टरिंग ऑफ एजुकेशनल इंस्टीट्यूशंस का मतलब है कि प्रोफेसर राकेश बाबा जी हिस्ट्री पढ़ाते हैं, बहुत अच्छी हिस्ट्री पढ़ाते हैं। हरमन जी इकोनॉमिस्ट हैं, और हमारे कॉलेज में हो सकता है कि अगर बाबा जी आए तो हमारे हिस्ट्री के विद्यार्थियों को बहुत लाभ होगा। और इनके कॉलेज में, खालसा कॉलेज डरोली कला में, ज्योग्राफी का डिपार्टमेंट नहीं है। अगर मेरा डिपार्टमेंट या मैं जाकर के वहां 2-3 महीने, 6 महीने पढ़ाऊंगा तो
ज्योग्राफी में जो इनके स्टूडेंट्स हैं वो अच्छी तरह से निपुण होंगे। इनके पास म्यूजिक का टीचर बहुत अच्छा है और हमारे पास बहुत अच्छे म्यूजिक के इंस्ट्रूमेंट्स हैं, तो हम क्लब करेंगे। हम अपने रिसोर्सेज इनको देंगे, ये अपने रिसोर्सेज हमें देंगे, तो उससे एक क्लस्टरिंग होगी, उससे एक अच्छा समाज में रिसोर्स तैयार होगा। एंड दिस इज द मोटिव बिहाइंड दिस क्लस्टरिंग ऑफ एजुकेशनल इंस्टीट्यूशंस, मीडियम ऑफ इंस्ट्रक्शन, मदर टंग ऑफ योर चॉइस। पॉलिसी में लिखा गया है कि 6% जीडीपी एजुकेशन के ऊपर खर्च कीजिए। अभी तक कितनी की है भारत की सरकारें? जितनी आई है 3.5 to 4%। 6% जीडीपी अगर सरकार लागू कर देगी तो ये पॉलिसी चलेगी। इस पॉलिसी में यह भी कहा गया है कि 20% ऑफ द गवर्नमेंट एक्सपेंडिचर मस्ट बी स्पेंट ऑन एजुकेशन। अभी आज तक 8, 9, 10% से ज्यादा हमने कभी खर्च होते देखा नहीं। एम्फेसिस ऑन साइंटिफिक टेम्पर, लेकिन कहीं ना कहीं जो साइंटिफिक फेथ का कॉन्सेप्ट है यूरोप का, उसमें हम पीछे हैं। आप सभी यहां बैठे हैं, विद्वान हैं। पूरी दुनिया में डार्क एज आई, लेकिन इंडिया में डार्क एज नहीं आई। Even in the ancient times, we have scientific faith, we have scientific temper। इसके ऊपर ये पॉलिसी बात करती है। अब देखने वाली बात होगी कि आने वाले 5-10 साल में किस तरह से इसको किया जाएगा। लिबरल एजुकेशन, सब कुछ जो है आपके अनुसार होगा, बस आपने पढ़ना है, आपने परफॉर्म करके दिखाना है। आगे अगर बात करें तो ये सब बहुत अच्छा है, लेकिन फंडिंग के लिए सरकार ने इस पॉलिसी में कुछ भी क्लियर नहीं लिखा। प्राइवेट प्लेयर्स अगर आएंगे तो उसकी वजह से जो फीस है वो इंस्टीट्यूट्स की महंगी होगी। गरीब का बच्चा पढ़ पाएगा नहीं पढ़ पाएगा, इट इज अ वेरी बिग क्वेश्चन, और उसके ऊपर क्वेश्चन मार्क है। आगे चलता हूं, ज्यादा समय नहीं लेना चाहता। ये कुछ और पोस्टर्स हैं। एक बुजुर्ग की पीठ के ऊपर ये बच्चा बैठा है। बच्चा बोल रहा है, आई वुड लव दिस ट्रिप सर, बट प्लीज नो राइटर। मुझे नहीं पता ये बुजुर्ग कौन है, लगते मोदी जी जैसे हैं, लेकिन कोई और भी हो सकता है, मोदी जी भी हो सकते हैं। दैट इज नॉट वेरी इंपॉर्टेंट। द इंपॉर्टेंट थिंग इज हमारी एजुकेशन पॉलिसी न राइट को टर्न करनी चाहिए, न लेफ्ट को टर्न करनी चाहिए। हमारी एजुकेशन सही रास्ते पे चलनी चाहिए। अर्लियर व्हाट हैपेंड? देयर वाज लेफ्ट टर्न, नाउ ये राइट टर्न होगी, तो हमें सही रास्ते के ऊपर इसको लेके जाना पड़ेगा। इफ यू लुक फॉर द सेकंड पोस्टर, नेशनल एजुकेशन पॉलिसी, एक पेंसिल के ऊपर लिखा है, और वो पेंसिल जो है घायल है, फट्टड़ है। हुण इस फट्टड़ पेंसिल दे नाल नवी एजुकेशन पॉलिसी 2020 ਨੂੰ लागू किवें किया जाऊगा, यह सरकार दे लई बहुत वड्डी चुनौती होगी। क्योंकि जब इंफ्रास्ट्रक्चर ही नहीं है, विद्यार्थी दी पेंशन ही 2 जगह तो पट्टियां नाल बनी हुई है, विद्यार्थी भुखा है, उसके पोषण का मसला है, उसकी ड्रेस का मसला है, उसके बैठन का मसला है, उसके स्कूल की इमारत का मसला है। मसला होगा ਤਾਂ ਇਸ ਮਸਲਿਆਂ ਦੀ ਪੰਡ ਦੇ ਵਿੱਚ ਇਸ ਐਜੂਕੇਸ਼ਨ ਪॉलिसी ਨੇ ਵੀ ਮਸਲਿਆ ਜਾਣਾ ਹੈ। ਬਾਰ-ਬਾਰ ਇਸ ਐਜੂਕੇਸ਼ਨ ਪॉलिसी ਦੇ ਡਾਕੂਮੈਂਟ ਦੇ ਵਿੱਚ ਗੱਲ ਆਉਂਦੀ ਹੈ ਕਿ ਨੇਟਿਵ ਲੈਂਗੁਏजेस ਨੂੰ ਪ੍ਰਮੋਟ ਕਰਨਾ ਹੈ, ਸੰਸਕ੍ਰਿਤ ਨੂੰ ਪ੍ਰਮੋਟ ਕਰਨਾ ਹੈ, ਪ੍ਰਾਕ੍ਰਿਤ ਨੂੰ ਪ੍ਰਮੋਟ ਕਰਨਾ ਹੈ, ਲੇਕਿਨ ਸੰਸਕ੍ਰਿਤ ਨੂੰ ਪੜਾਉਣ ਦੇ ਲਈ ਰਿਸੋਰਸ ਕਿੱਥੋਂ ਆਉਣਾ ਹੈ? ਇਹਦੇ ਤੇ ਕੋਈ ਗੱਲ ਨਹੀਂ। टीचर ਕਿਸੇ ਵੀ ਐਜੂਕੇਸ਼ਨ पॉलिसी ਦਾ ਸਭ ਤੋਂ ਇੰਪੋਰਟੈਂਟ ਸਟੇਕ ਹੋਲਡਰ ਹੈ। और जेकर साडे देश के कोल टीचर्स ही इंपावर्ड नहीं होंगे, टीचर्स दी ही स्किल नहीं होगी, ਤਾਂ ਤੁਸੀਂ ਜਿੰਨੀ ਮਰਜ਼ੀ ਚੰਗੀ ਪਾਲਿਸੀ ਬਣਾ ਲਓ, ਉਹ ਲਾਗੂ ਨਹੀਂ ਹੋ ਸਕਦੀ। 1998-99 ਤੋਂ ਬਾਅਦ ਪੰਜਾਬ ਦੇ ਕਿਸੇ ਸਰਕਾਰੀ ਕਾਲਜ ਦੇ ਵਿੱਚ ਇਹਨਾਂ ਨੇ ਰੈਗੂਲਰ ਪ੍ਰੋਫੈਸਰ ਭਰਤੀ ਨਹੀਂ ਕੀਤੇ। ਔਰ ਜੇ ਗੱਲਾਂ ਵੱਡੀਆਂ ਹਨ ਤਾਂ ਤੁਹਾਨੂੰ ਟੀਚਰ ਨੂੰ ਇੱਜ਼ਤ ਦੇਣੀ ਪਊਗੀ।
You must respect the teacher of this country. फिर तुसी देखो, then you will find a number of Chanakyas in this country. Otherwise, the situation is disastrous. ਤੁਸੀਂ ਸੰਸਕ੍ਰਿਤ ਦੀ ਗੱਲ ਛੱਡੋ, ਤੁਸੀਂ ਹਿੰਦੀ ਨਹੀਂ ਪੜ੍ਹਾ ਸਕਦੇ, ਤੁਸੀਂ ਪੰਜਾਬੀ ਨਹੀਂ ਪੜ੍ਹਾ ਸਕਦੇ ਜੇਕਰ ਤੁਸੀਂ ਆਪਣੇ ਟੀਚਰ ਨੂੰ ਐਮਪਾਵਰ ਨਹੀਂ ਕਰਦੇ। ਸਭ ਤੋਂ ਬੁਰਾ ਹਾਲ, ਜੇ ਮੈਂ ਪੰਜਾਬ ਦੀ ਗੱਲ ਕਰਾਂ, ਬੀਐਡ ਕਾਲਜਾਂ ਦਾ ਹੈ। ਬੀਐਡ ਕਾਲਜਿਸ ਦੇ ਜਿਹੜੇ ਟੀਚਰਸ ਦਾ ਕੁਆਲਿਟੀ ਇੰਡੈਕਸ ਹੈ, that is very poor. ਜਿੱਥੇ ਸਭ ਤੋਂ ਵੱਧ ਧਿਆਨ ਹੋਣਾ ਚਾਹੀਦਾ ਹੈ, ਉੱਥੇ ਧਿਆਨ ਨਹੀਂ ਹੈ। ਇਕੁਇਟੇਬਲ ਇਨਕਲੂਸਿਵ ਐਜੂਕੇਸ਼ਨ ਦਾ ਇੱਕ ਪੋਸਟਰ ਹੈ ਨੀਲੇ ਰੰਗ ਦਾ, ਬਹੁਤ ਸੋਹਣੀ ਇਮਾਰਤ ਹੈ, ਔਰ ਇੱਕ ਵਿਕਲਾਂਗ ਵਿਦਿਆਰਥੀ, ਸਪੈਸ਼ਲੀ ਗਿਫਟਡ ਚਿਲਡਰਨ ਜਾ ਰਿਹਾ ਹੈ। ਇਹਨਾਂ ਵੱਡੀਆਂ ਇਮਾਰਤਾਂ ਦੇ ਵਿੱਚ ਐਕਸੈਸ ਬਣਾਉਣੀ ਪਊਗੀ ਤਾਂ ਸਾਡਾ ਵਿਦਿਆਰਥੀ ਵਰਗ ਆਪਣੀ ਸਰਕਾਰ ਦੇ ਵਿੱਚ, ਆਪਣੇ ਦੇਸ਼ ਦੇ ਵਿੱਚ ਨਿਸ਼ਠਾ ਰੱਖ ਪਾਊਗਾ। ਹੁਣ ਅੰਡਰ ਗ੍ਰੈਜੂਏਸ਼ਨ 3 ਤੋਂ 4 ਸਾਲ ਕਰਤੀ, ਲੇਕਿਨ what about the education, what about the employment prospects? ਰੋਜ਼ਗਾਰ ਬਾਰੇ ਕੀ ਹੈ? ਚੁੱਪ ਹੈ। ਇਹ ਚੁੱਪੀ ਨਹੀਂ ਹੋਣੀ ਚਾਹੀਦੀ। ਇਸੇ ਲਈ ਅਸੀਂ ਚੁੱਪ ਨਹੀਂ ਰਹਿਣਾ ਹੈ। ਅਸੀਂ ਆਪਣੇ ਵੱਲੋਂ ਸਤਿਕਾਰ ਨਾਲ ਲੋਕਾਂ ਨੂੰ ਕਨਵਿੰਸ ਕਰਦੇ ਹੋਏ ਸਰਕਾਰਾਂ ਨੂੰ ਕਨਵਿੰਸ ਕਰਨਾ ਹੈ ਕਿ ਐਜੂਕੇਸ਼ਨ ਪਾਲਿਸੀ ਨੂੰ ਸਹੀ ਢੰਗ ਨਾਲ ਲਾਗੂ ਕਰੋ ਤੇ ਨਾਲੋਂ ਨਾਲ ਇੰਪਲੋਇਮੈਂਟ ਓਪਰਚੁਨਿਟੀਜ਼ ਪੈਦਾ ਕਰੋ। This is a utopian concept, utopian document, ਆਦਰਸ਼ਵਾਦੀ ਹੈ। ਜ਼ਮੀਨੀ ਹਕੀਕਤ ਦੇ ਅਨੁਸਾਰ ਇਸ ਡਾਕੂਮੈਂਟ ਨੂੰ ਧਰਤੀ ਤੇ ਉਤਾਰਨਾ ਪਊਗਾ। ਫਰਦਰ, ਬਹੁਤ ਅਧਿਐਨ ਤੋਂ ਬਾਅਦ ਇਹ ਗੱਲ ਮੇਰੇ ਸਮਝ ਦੇ ਵਿੱਚ ਆਈ ਹੈ, ਜਿਹੜੀ ਮੈਂ ਤੁਹਾਡੇ ਨਾਲ ਇਹਨਾਂ ਪੁਆਇੰਟਾਂ ਦੇ ਵਿੱਚ ਡਿਸਕਸ ਕਰਨੀ ਹੈ। What are the salient features? What is the hidden agenda? ਜੇ ਇਸ ਨੀਤੀ ਨੂੰ ਚੰਗੀ ਨੀਅਤ ਦੇ ਨਾਲ ਲਾਗੂ ਕਰ ਦਿੰਦੇ ਨੇ ਤਾਂ ਐਡਹੌਕਿਜ਼ਮ ਦਾ ਅੰਤ ਹੁੰਦਾ ਹੈ। ਆ ਜਿਹੜਾ ਟੀਚਰਾਂ ਦਾ ਸ਼ੋਸ਼ਣ ਹੋ ਰਿਹਾ ਹੈ, 3000 ਤੋਂ ਟੀਚਰ ਰੱਖਣਾ ਸ਼ੁਰੂ ਕਰਦੇ ਨੇ ਪ੍ਰਾਈਵੇਟ ਸਕੂਲਾਂ ਵਾਲੇ, ਹੁਣ ਨਹੀਂ ਰੱਖ ਸਕਣਗੇ। ਕਾਲਜਿਸ ਦੇ ਵਿੱਚ 10000 ਤੇ ਟੀਚਰ ਰੱਖਿਆ ਜਾਂਦਾ ਹੈ। 2 ਸਾਲ ਪਹਿਲਾਂ ਤੱਕ 10600 ਪੇਮੈਂਟ ਹੁੰਦੀ ਸੀ ਜਿਹੜੇ ਗੈਸਟ ਫੈਕਲਟੀ ਟੀਚਰਸ ਨੇ। ਪਾਰਟ ਟਾਈਮ ਟੀਚਰਾਂ ਦੇ ਬਾਰੇ ਸਰਕਾਰ ਨੂੰ ਕੋਈ ਚਿੰਤਾ ਨਹੀਂ ਹੈ। ਕੋਈ ਮਤਲਬ ਐਡਹੌਕਿਜ਼ਮ ਨਹੀਂ ਹੋਊਗਾ ਜੇਕਰ ਸੱਚੀ ਨੀਅਤ ਦੇ ਨਾਲ ਇਸ ਨੀਤੀ ਨੂੰ ਲਾਗੂ ਕੀਤਾ ਜਾਵੇ। ਦੂਸਰਾ ਹਿਡਨ ਪੁਆਇੰਟ ਜਿਹੜਾ ਸਾਹਮਣੇ ਆ ਰਿਹਾ ਉਹ ਆ ਰਿਹਾ ਹੈ ਇਕਨੋਮਿਕਲੀ ਵੀਕਰ ਸੈਕਸ਼ਨ ਸਟੂਡੈਂਟਸ ਦੇ ਲਈ। ਆਰਥਿਕ ਤੌਰ ਤੇ ਜਿਹੜੇ ਪਿਛੜੇ ਹੋਏ ਵਿਦਿਆਰਥੀ ਹਨ, ਉਹਨਾਂ ਦਾ ਕੀ ਬਣਨਾ ਹੈ? ਬੀਇੰਗ ਅ ਸਪੈਸ਼ਲ ਜਸਟਿਸ ਐਕਟਿਵਿਸਟ, ਮੈਂ ਮੰਨਦਾ ਹਾਂ ਕਿ ਪਿਛਲੀ ਐਜੂਕੇਸ਼ਨ ਪਾਲਿਸੀ ਦੇ ਵਿੱਚ 25% ਰਿਜ਼ਰਵੇਸ਼ਨ ਸੀ, ਜਾਂ ਜਿਹੜੀ ਹੁਣ ਮੌਜੂਦਾ ਚੱਲ ਰਹੀ ਹੈ ਸੀ, ਲੇਕਿਨ ਨਵੀਂ ਦੇ ਵਿੱਚ ਮੈਨੂੰ ਅਜਿਹਾ ਕੁਝ ਨਜ਼ਰ ਨਹੀਂ ਆ ਰਿਹਾ। ਸਕਾਲਰਸ਼ਿਪਸ ਤੇ ਕੀ ਹੋਊਗਾ? ਚੁੱਪ ਹੈ। 4-5 ਲਾਈਨਾਂ ਲਿਖੀਆਂ ਨੇ, ਲੇਕਿਨ ਉਹ ਕਿਵੇਂ ਹੋਣੀ ਹੈ ਉਹ ਸੋਚਣ ਦੀ ਗੱਲ ਹੈ। ਕਾਰਪੋਰੇਟਾਈਜੇਸ਼ਨ ਹੋਊਗਾ, ਕਾਰਪੋਰੇਟ ਸੈਕਟਰ, ਪ੍ਰਾਈਵੇਟ ਪਲੇਅਰਸ ਆਣਗੇ, ਵੱਡੇ ਵੱਡੇ ਜਿਹੜੇ ਪੂੰਜੀਵਾਦੀ ਉਦਯੋਗਪਤੀ ਹਨ, ਉਹਨਾਂ ਦੀਆਂ ਯੂਨੀਵਰਸਿਟੀਜ਼ ਆਲਰੇਡੀ ਆ ਚੁੱਕੀਆਂ ਨੇ। ਕਾਂਗਰਸ ਨੇ ਵੀ ਬਹੁਤ ਕੁਝ ਕਬਾੜਾ ਕੀਤਾ ਹੈ ਐਜੂਕੇਸ਼ਨ ਦਾ। ਇਹਨਾਂ ਨੇ ਪਤਾ ਨਹੀਂ ਕੀ ਕਰਨਾ ਹੈ। ਸਰਕਾਰਾਂ ਨੇ ਆਪਣਾ ਹਿੱਤ ਦੇਖਣਾ ਹੁੰਦਾ, ਸਰਕਾਰਾਂ ਨੇ ਆਪਣਾ ਵੋਟ ਬੈਂਕ ਦੇਖਣਾ ਹੁੰਦਾ, ਸਰਕਾਰਾਂ ਨੇ 100% ਲੋਕਾਂ ਦੀ ਵੈਲਫੇਅਰ ਨਹੀਂ ਦੇਖਣੀ ਹੁੰਦੀ। ਦੋ ਦ ਇੰਡੀਅਨ ਸਟੇਟ ਇਜ਼ ਅ ਵੈਲਫੇਅਰ ਸਟੇਟ। ਪਰ ਅੱਜ ਦੀ ਜਿਹੜੀ ਵੈਲਫੇਅਰ ਸਟੇਟ ਹੈ, ਇੰਡੀਅਨ ਸਟੇਟ, ਇਹ ਕਿਤੇ ਨਾ ਕਿਤੇ ਨਾਈਟ ਵਾਚਮੈਨ ਸਟੇਟ ਬਣਦੀ ਜਾ ਰਹੀ ਹੈ। ਗ੍ਰੇਡਡ ਆਟੋਨਮੀ ਦਾ ਮਾਡਲ ਹੈ, ਟਾਇਰ 1, ਟਾਇਰ 2, ਟਾਇਰ 3। ਇੰਡੀਆ ਡਾइवर्सिटी वाला देश है, हॉरिजॉन्टल डाइवर्सिटी भी है। ਵੱਖ-ਵੱਖ ਬੋਲੀਆਂ ਬੋਲਣ ਵਾਲੇ ਲੋਕ ਨੇ, ਵੱਖ-ਵੱਖ ਧਰਮ ਦੇ ਲੋਕ ਨੇ, ਵੱਖ-ਵੱਖ ਨਸਲ ਦੇ ਲੋਕ ਨੇ, ਵੱਖ-ਵੱਖ ਰੰਗ ਦੇ ਲੋਕ ਨੇ। ਮਤਲਬ ਜਿਹੜਾ ਬਗੀਚਾ ਹੈ ਹਿੰਦੁਸਤਾਨ ਦਾ, ਉਹਦੇ ਵਿੱਚ ਹਰੇਕ ਤਰ੍ਹਾਂ ਦਾ ਫੁੱਲ ਖਿੜਿਆ ਹੋਇਆ ਹੈ। ਔਰ ਸਾਡੇ ਵਰਟੀਕਲ ਡਾइवर्सिटी ਵੀ ਹੈ।
ਸਾਡੇ elite class ਹੈ, ਸਾਡੇ ਕੋਲ upper middle class, ਸਾਡੇ ਕੋਲ economic weaker section ਹੈ, ਸਾਡੇ ਕੋਲ below poverty line ਹੈ population ਹੈ, ਉਹਨਾਂ ਬਾਰੇ ਕੋਈ ਨਹੀਂ। ਔਰ ਸਭ ਤੋਂ ਮੈਨੂੰ ਇੱਥੇ ਹੈਰਾਨੀ ਹੁੰਦੀ ਹੈ ਕਿ ਅਸੀਂ population ਦੇ ਇੱਕ ਬਹੁਤ ਵੱਡੇ ਹਿੱਸੇ ਨੂੰ ਇਗਨੋਰ ਕਰਦੇ ਹਾਂ। though there are 2-3 mentions, ਅਸੀਂ ਟਰਾਂਸਜੈਂਡਰਸ ਨੂੰ ਮੇਨਸਟ੍ਰੀਮ ਦੇ ਵਿੱਚ ਲਿਆਉਣ ਦੇ ਲਈ ਅਜੇ ਵੀ ਸੰਜੀਦਾ ਨਹੀਂ ਹੈ। though the Supreme Court has passed many verdicts, ਉੱਥੇ ਪ੍ਰੋਬਲਮ ਹੈ। there are doubts ਕਿ ਦਲਿਤਸ ਵਾਸਤੇ ਕੀ ਸਪੇਸ ਹੈ, ਉਹਨਾਂ ਨੂੰ ਕੀ ਸਥਾਨ ਮਿਲੂਗਾ, ਆਦੀਵਾਸੀਜ਼ ਵਾਸਤੇ ਕੀ ਹੈ, ਰਿਲੀਜੀਅਸ ਮਾਈਨੋਰਿਟੀਜ਼ ਵਾਸਤੇ ਘੱਟ ਗਿਣਤੀ ਧਾਰਮਿਕ ਘੱਟ ਗਿਣਤੀ ਲੋਕਾਂ ਦਾ ਕੀ ਫਿਊਚਰ ਹੋਊਗਾ, ਲਿੰਗੁਇਸਟਿਕ ਮਾਈਨੋਰਿਟੀਜ਼ ਜਿਹੜਾ ਗਰੁੱਪਸ ਨੇ ਉਹਨਾਂ ਦੇ ਉੱਪਰ ਵੀ ਕੋਈ ਬਹੁਤਾ ਚਾਨਣ ਨਹੀਂ ਪਿਆ ਹੈ। ਔਰ ਸਭ ਤੋਂ ਇੰਪੋਰਟੈਂਟ ਗੱਲ ਜੋ ਸਾਡੇ ਸੰਵਿਧਾਨ ਦੀ ਡਾਕਟਰ ਭੀਮ ਰਾਓ ਅੰਬੇਦਕਰ ਨੇ ਜੋ ਸੰਵਿਧਾਨ ਦੇ ਵਿੱਚ ਰੂਹ ਪਾਈ ਸੈਕੂਲਰਿਜ਼ਮ ਦੀ, ਉਹਦੇ ਉੱਪਰ ਇਹ ਪਾਲਿਸੀ ਬਹੁਤੀ ਗੱਲ ਨਹੀਂ ਕਰ ਰਹੀ। I am not convinced. What I have observed, I am doubtful. And we also need infrastructure to implement all these utopian ideas, utopian policies. ਸਾਡੇ ਕੋਲ ਆਧਾਰਭੂਤ ਢਾਂਚਾ ਨਹੀਂ ਹੈ, ਸਾਡੇ ਕੋਲ ਇੰਫਰਾਸਟ੍ਰਕਚਰ ਮੌਜੂਦ ਨਹੀਂ ਹੈ। ਹਾਂ, ਇੱਕ ਪੋਸਟਰਸ ਨੇ, ਆਪ ਕਿਰਪਾ ਕਰਕੇ ਜਿਨ੍ਹਾਂ ਦਾ ਮਾਈਕ ਆਨ ਹੈ ਬੰਦ ਕਰ ਦਿਓ ਜੀ। ਹੁਣ ਇਹਨਾਂ ਨੇ ਕਿਹਾ ਹੈ ਕਿ 3 ਸਾਲ ਤੋਂ ਹੀ ਅਸੀਂ ਵਿਦਿਆਰਥੀ ਨੂੰ ਪੜ੍ਹਾਈ ਕਰਾਵਾਂਗੇ, ਚਾਹੇ ਉਹ ਆਂਗਨਵਾੜੀ 'ਚ ਹੋਵੇ ਚਾਹੇ ਬਾਲਵਾੜੀ ਦੇ ਵਿੱਚ ਹੋਵੇ, ਲੇਕਿਨ ਆਂਗਨਵਾੜੀ ਵਰਕਰਾਂ ਨੂੰ ਕਦੀ ਅਸੀਂ ਉਸ ਰੋਲ ਦੇ ਵਿੱਚ ਕੰਮ ਕਰਦੇ ਨਹੀਂ ਦੇਖਿਆ। ਤੁਸੀਂ ਦੇਖੋ 3000 ਤੇ 4600 ਰੁਪਏ ਤਨਖਾਹ ਹੈ ਪੰਜਾਬ ਦੇ ਵਿੱਚ। 3000-4600 ਟੋਟਲ ਤਨਖਾਹ ਸਾਰਾ ਕੁਝ ਪਾ ਕੇ ਆਂਗਨਵਾੜੀ ਵਰਕਰ ਕਿਹੜੀ ABC ਸਿਖਾ ਦੂਗਾ, ਕਿਹੜਾ ਉਹ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਦੇ ਦੂਗਾ। ਤਕਰੀਬਨ 22 ਤੋਂ 27 ਦਿਨ ਆਂਗਨਵਾੜੀ ਵਰਕਰ ਧਰਨਿਆਂ ਤੇ ਬੈਠੇ ਹੁੰਦੇ ਨੇ। ਉਹਨਾਂ ਚੋਂ ਕਈ ਸਰਪੰਚਾਂ ਦੇ ਕੰਮ ਕਰ ਰਹੇ ਨੇ, ਕੋਈ ਸਰਕਾਰ ਦੀ ਵਗਾਰ ਕਰ ਰਹੇ ਨੇ, ਕੋਈ ਲੀਡਰਾਂ ਦੀ ਵਗਾਰ ਕਰ ਰਹੇ ਨੇ। ਤਾਂ ਇੱਥੇ ਸਾਨੂੰ ਸੋਚਣ ਦੀ ਲੋੜ ਪਊਗੀ ਕਿ ਜਿਸਕਾ ਕੰਮ ਉਸੀ ਕੋ ਸਾਜੇ। ਸਾਨੂੰ ਇਹਨਾਂ ਨੂੰ ਐਮਪਾਵਰ ਕਰਨਾ ਪਊਗਾ। ਇਹ ਬੜੇ ਇੰਪੋਰਟੈਂਟ ਕੜੀ ਨੇ ਸਾਡੇ ਐਜੂਕੇਸ਼ਨ ਸਿਸਟਮ ਦੀ। ਗ੍ਰੋਸ ਐਨਰੋਲਮੈਂਟ ਰੇਸ਼ੋ 50% ਕਰਨੀ ਹੈ 2035 ਤੱਕ। ਹਾਂ ਨਾ, ਇੱਕ ਥੱਲੇ ਪੋਸਟਰ ਹੈ, ਨਜ਼ਰ ਆ ਰਿਹਾ ਸਾਰਿਆਂ ਨੂੰ? ਇੱਕ ਪੋਸਟਰ ਹੈ, ਬੱਸ ਹੈ, 2 ਰੰਗਾਂ ਦੀ ਬੱਸ ਹੈ, ਨਜ਼ਰ ਆ ਰਿਹਾ ਜੀ ਸਾਰਿਆਂ ਨੂੰ? ਜੀ ਸਰ, ਜੀ ਯੈਸ ਸਰ। ਹਾਂ ਬੇਟਾ, ਬੱਸ ਦੀ ਹਾਲਤ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਬੱਸ ਚੱਲਣ ਵਾਲੀ ਨਹੀਂ ਹੈ। ਦਿਸ ਇਜ਼ ਦੀ ਪ੍ਰੈਜ਼ੈਂਟ ਸਿਚੁਏਸ਼ਨ। ਇਸ ਬੱਸ ਦੇ ਵਿੱਚ ਨਿਊ ਐਜੂਕੇਸ਼ਨ ਪਾਲਿਸੀ ਨੂੰ ਰੱਖ ਕੇ ਜੇ ਤੁਸੀਂ ਇਹ ਸਮਝੋਗੇ ਕਿ ਜਲੰਧਰ ਦਾ ਗੇੜਾ ਲਾ ਲਓਗੇ, ਇਸ ਨੂੰ ਜੋਤੀ ਚੌਂਕ ਦੇ ਵਿੱਚ ਲੈ ਜਾਓਗੇ, ਇਸ ਨੂੰ ਤੁਸੀਂ ਦਿੱਲੀ ਤੱਕ ਲੈ ਜਾਓਗੇ, ਤਾਂ ਐਜੂਕੇਸ਼ਨ ਪਾਲਿਸੀ ਨੇ ਇਸ ਬੱਸ ਦੇ ਵਿੱਚ ਇਸ ਇਨਫਰਾਸਟ੍ਰਕਚਰ ਦੇ ਨਾਲ ਨਹੀਂ ਚੱਲਣਾ ਹੈ। ਦਿਸ ਇਜ਼ ਦ ਪ੍ਰੈਜ਼ੈਂਟ ਸਿਚੁਏਸ਼ਨ। ਇਹਦੇ ਵਿੱਚ ਜੇ ਤੁਸੀਂ ਐਜੂਕੇਸ਼ਨ ਪਾਲਿਸੀ ਦੇ 60-62 ਪੇਜ ਰੱਖਤੇ ਤਾਂ ਇਸ ਬੱਸ ਨੇ 1 ਇੰਚ ਨਹੀਂ ਚੱਲਣਾ। ਇਹ ਰੋਡਵੇਜ਼ ਦੀ ਲਾਰੀ ਅਜੇ ਫੇਰ ਜਿਹੜੀ ਹੈ ਪਿੰਡ ਤੋਂ ਸ਼ਹਿਰ ਤੱਕ ਪਹੁੰਚਾ ਦਿੰਦੀ ਹੈ। ਇਸ ਸਿਚੁਏਸ਼ਨ ਵਾਲੇ ਇਨਫਰਾਸਟ੍ਰਕਚਰ ਨੇ ਸਾਨੂੰ ਕਿਤੇ ਨਹੀਂ ਪਹੁੰਚਾਣਾ। ਗੱਲਾਂ ਨਾਲ ਨਹੀਂ ਚੱਲਣਾ। ਸਾਨੂੰ ਸਰਕਾਰਾਂ ਨੂੰ, ਸਮਾਜ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਕਰਨੀ ਪਊਗੀ। और न्यू एजुकेशन पॉलिसी ਨੂੰ ਜੇ ਚਾਲੂ ਕਰਨਾ ਹੈ, ਚਲਾਉਣਾ ਹੈ, ਲਾਗੂ ਕਰਨਾ ਹੈ, ਉਹਦੇ ਕੋਈ ਨਤੀਜੇ ਲੈਣੇ ਨੇ ਤਾਂ ਸਾਨੂੰ ਸੰਜੀਦਾ ਉਪਰਾਲੇ ਕਰਨੇ ਪੈਣਗੇ। ਇੰਨੀਆਂ ਬੇਨਤੀਆਂ ਨਾਲ ਮੈਂ ਖਿਮਾ ਦਾ ਯਾਚਕ ਹਾਂ। ਮੈਨੂੰ ਉਮੀਦ ਹੈ ਕਿ ਮੈਂ ਬਹੁਤਾ ਸਮਾਂ ਨਹੀਂ ਲਿਆ, ਮੈਂ 12 ਮਿੰਟ ਵੱਧ ਲੈ ਲਏ ਨੇ, ਤਾਂ ਉਹਦੇ ਲਈ ਮਾਫੀ ਚਾਹੁੰਦਾ ਹਾਂ। ਨਹੀਂ ਸਰ, ਬਹੁਤ ਵਧੀਆ ਰਿਹਾ ਜੀ। हाँ सर, मैं बहुत आभारी हाँ डॉक्टर साहिब सिंह जी का, प्रिंसीपल साहब का। मानयोग प्रिंसीपल साहब ने भी ज्वाइन किया, मैनू खुशी है। नाउ आई थिंक माय टॉक इज ओपन फॉर डिस्कशन।
ਹੁਣ ਜੇਕਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ you can ask your queries, your questions. Yes, sir. Yes. Over to Professor Rakesh Baba ji. Tivana sir, it was a wonderful presentation today. It was really wonderful. ਕੰਟੈਂਟ ਤਾਂ ਮਾਰਵਲਸ ਸੀਗਾ ਹੀ, ਲੇਕਿਨ ਮੈਂ ਤੁਹਾਨੂੰ ਸਾਧੂਵਾਦ ਦੇਣਾ ਚਾਹਨਾ ਤੁਹਾਡੀ ਹਿੰਦੀ ਲਈ। ਦੈਟ ਤੁਸੀਂ ਜੋ ਜਿਸ ਪ੍ਰਕਾਰ ਹਿੰਦੀ ਲੈਂਗੁਏਜ 'ਚ ਆਪਣੇ शिफ्ट हो ਜਾਂਦੇ ਸੀਗੇ, इट वॉज वेरी वंडरफुल टू सी। और सबसे बड़ी बात तो ये है कि आपने इस बात को हमारी एक प्रार्थना को माना, क्योंकि हमारे बहुत सारे प्रतिभागी बाहर की स्टेटों से होते हैं, प्रदेशों से आए होते हैं, तो अगर बिल्कुल पंजाबी में हो जाए तो उनको उतना लाभ नहीं हो पाता। लेकिन आज मैं ये समझता हूं कि आपके शब्दों से उन्हें भी बहुत लाभ पहुंचा होगा। सबसे पहली बात तो ये है, कुछ क्वेश्चंस आए हैं चैट बॉक्स में, मैं उनको भी लूंगा, लेकिन 3 एक पॉइंट्स मैं अपनी तरफ से कहना चाहूंगा, या आप कह लीजिए कि ओपनली मैं रखना चाहता हूं यहाँ पर, क्योंकि ये नेशनल एजुकेशन पॉलिसी पे बात हो रही है। और समरी जो आपकी है, टू सम अप, इट्स अ वंडरफुल थिंग टू से इन द लास्ट, कि अगर हमारी इंटेंट सही है तो नीति कोई भी खराब नहीं होती। अगर इंटेंट सही नहीं है तो जो मर्जी नीति आप ले आओ, वो नीति कूड़े में जाएगी, वो नीति कभी इंप्लीमेंट हो ही नहीं पाएगी अगर आपकी इंटेंट सही नहीं है। सर, गवर्नमेंट ने तो अपना मसौदा रख दिया, गवर्नमेंट ने अपनी तरफ से अपनी चाल चल दी। नाउ इट ऑल डिपेंड्स अपॉन टीचर्स एंड स्टूडेंट्स हाउ टू इम्प्लीमेंट द पॉलिसी। और मैं यहाँ पर कुछ खरी खरी बात करना चाहता हूँ, बिल्कुल स्ट्रेट फॉरवर्ड। टीचर्स की सैलरीज कम है, एडोकिज्म बहुत है, कॉन्ट्रैक्ट बैठते हैं उनको सैलरीज बहुत कम दी जाती हैं, नो डाउट इन दैट। उनको जो मानदेय है, उनका मानदेय जो है वो बढ़ने चाहिए, वो अधिक होने चाहिए, इसमें कोई शक की बात नहीं है। लेकिन जहां तक मैं समझता हूं कि आज की डेट में आपको वो टीचर्स भी नहीं मिल रहे हैं जो चाणक्य बन सके। शायद आप मेरी इस बात से सहमत होंगे। अगर आप 100 लोगों की आज इंटरव्यू कर लेंगे ना, तो 95 लोग उसमें से ऐसे मिलेंगे जिसको आप टीचर्स नहीं बना सकते हो, लेकिन मजबूरी में बनाना पड़ता है, उनकी सिलेक्शन करनी पड़ती है। एंड दिस इज अ फैक्ट, वो इस बात को माने चाहे ना माने। क्योंकि क्यों ये फैक्ट क्यों है? क्योंकि जस्ट लाइक डॉक्टर्स, जैसे कि डॉक्टर्स को अपना प्रोफेशन की जॉब करनी नहीं पड़ती, अपने प्रोफेशन को जीना पड़ता है ना, तो टीचिंग की भी जॉब नहीं करनी पड़ती, टीचिंग को जीना पड़ता है, टीचिंग को ही लाइफ बनाना पड़ता है। टीचिंग इटसेल्फ इज अ लाइफ, जस्ट लाइक मेडिसिन प्रोफेशन इज अ लाइफ। तो जब तक वो लाइफ नहीं बनेंगे, जब तक वो अंदर से बात नहीं आएगी, तो वो टीचिंग नहीं हो सकती। और जब रियल में टीचर्स नहीं है, तो हम रियल में स्टूडेंट्स कहां से पैदा करेंगे? वो एजुकेशन पॉलिसीज जो हैं, वो कोई भी आ जाए। हाँ, और वो क्यों हो रहा है? वो क्यों हो रहा है? क्योंकि हम एक ढर्रे से बंधे हुए हैं। ये एजुकेशन पॉलिसी शायद उसको चेंज करना चाहती है, वो एक अच्छी बात है। सबसे अच्छी बात मैं इसमें मानता हूं मल्टी डिसिप्लिनरी अप्रोच की सर, ठीक है। और मैं हिस्ट्री ਦਾ ਹੈਗਾ, ਕਦੀ ਮੈਂ ਲਿਟਰੇਚਰ ਦੀ ਕੋਈ ਕਿਤਾਬ ਪੜ੍ਹ ਲਾਂ ਨਾ, ਤਾਂ ਕਈ ਵਾਰ ਮੇਰੇ ਕੁਲੀਗਸ ਹੀ ਮੈਨੂੰ ਟੀਚਰ ਕਰ ਜਾਂਦੇ, ਯਾਰ ਤੂੰ ਤਾਂ ਹਿਸਟਰੀ ਦਾ ਬੰਦਾ ਹੈ, ਤੂੰ ਵਿਕਰਮ ਸੇਠ ਪੜ੍ਹ ਕੇ ਕੀ ਕਰੇਂਗਾ? ਤੇ ਆਪਾਂ ਸਟੂਡੈਂਟਸ ਤੋਂ ਕੀ ਐਕਸਪੈਕਟ ਕਰੀਏ? ਜੇ ਮੈਂ ਕੋਈ ਬਾਇਓ ਦੀ ਕਿਤਾਬ ਕੱਢ ਲਾਂ ਤਾਂ ਉਹ ਸ਼ੱਕ ਹੋਣ ਪੈਣ ਲੱਗ ਜਾਂਦਾ ਕਿਸੇ ਨੂੰ ਕਿ ਸ਼ਾਇਦ ਮੈਂ ਹਿਸਟਰੀ ਵੀ ਚੰਗੀ ਤਰ੍ਹਾਂ ਜਾਣਦਾ ਕਿ ਨਹੀਂ ਜਾਣਦਾ। ਸੋ ਦਿਸ ਮਲਟੀ ਡਿਸਿਪਲਿਨਰੀ ਅਪਰੋਚ ਵਾਜ਼ ਮਸਟ, and it should be implemented on the teachers firstly, that kindly upgrade yourself। अपने आप ਨੂੰ ਤੁਸੀਂ ਅਪਗ੍ਰੇਡ ਕਰੋ, ਆਪਣੇ ਆਪ ਨੂੰ ਆਪਣੇ ਸਬਜੈਕਟ ਨੂੰ ਤਾਂ ਪੜ੍ਹੋ ਹੀ, ਲੇਕਿਨ ਘੱਟੋ ਘੱਟ ਆਪਣਾ 20-30% ਦੂਜੇ ਸਬਜੈਕਟਾਂ ਨੂੰ ਵੀ ਦੇ ਦਿਓ। ਘੱਟੋ ਘੱਟ ਰੋਜ਼ ਦਾ ਇੱਕ ਨਿਊਜ਼ਪੇਪਰ ਇੰਗਲਿਸ਼ ਦਾ ਜਾਂ ਕੋਈ ਹੈ, ਉਹ ਤਾਂ ਪਤਾ ਹੀ ਹੋਣਾ ਚਾਹੀਦਾ ਕਿ ਦੁਨੀਆ 'ਚ ਕੀ ਹੋ ਰਿਹਾ। ਤੁਹਾਡੀ ਅਪਰੋਚ ਮੈਨੂੰ ਬਹੁਤ ਵਧੀਆ ਲੱਗੀ ਹੈ, ਖਾਸ ਕਰਕੇ ਜਦੋਂ ਤੁਸੀਂ पोस्टर्स से अमूल के कार्टून के थ्रू दिखाया। किसी ने अगर न्यूज़पेपर नहीं भी पढ़ना ना, और रोज अमूल के कार्टून देख लवे ना, तो करंट अफेयर डिस्कस हो जाता है। देख गौर ना कोई अमूल के कार्टून ਨੂੰ एनालाइज करे। अमूल के कार्टून 1960s ਤੋਂ चले आ रहे हैं, लेट 60s ਤੋਂ ਇਹ शुरू ਹੋਏ। डॉक्टर वर्गीज कुरियन ने जो अमूल बनाया, उस तो बाद ਇਹ ਕੰਮ शुरू हो गया। ਤੇ इंदिरा गांधी के जमाने, नेहरू साहब के जमाने ਤੇ ਹੁਣ तक करंट अफेयर्स से बहुत वधिया प्रहार कह लो, व्यंग कह लो, अमल करता आ रहा है। इसे प्रकार आर के लक्ष्मण द कॉमन मैन कार्टून आंदा हुंदा सीगा टाइम्स ऑफ इंडिया च, हुण तां लक्ष्मण साहब रहे नहीं। ਉਹਨੂੰ ਦੇਖ ਲਓ ਨਾ ਤੁਸੀਂ ਕਾਰਟੂਨ ਨੂੰ, ਤਾਂ ਸਾਰੀਆਂ ਗੱਲਾਂ ਕਲੀਅਰ ਹੋ ਜਾਂਦੀਆਂ ਸੀਗੀਆਂ। ਸੋ ਥਰੂ ਦਿਸ ਪਲੇਟਫਾਰਮ, ਥਰੂ
Professor Tivana, Honorable Tivana, I request all the stakeholders, that is the teachers, that firstly we have to upgrade ourselves, be honest in our profession. ਵੱਡੀਆਂ ਗੱਡੀਆਂ ਜ਼ਰੂਰ ਹੋ ਗਈਆਂ ਨੇ, ਪਰ ਵੱਡੀ ਸੋਚ ਦੇ ਮਾਲਕ ਵੀ ਬਣਨਾ ਪਏਗਾ, ਤਾਂ ਕਿਤੇ ਜਾ ਕੇ ਇੰਪਲੀਮੈਂਟ ਹੋ ਸਕਦੀ ਹੈ। ਥੈਂਕ ਯੂ ਵੈਰੀ ਮਚ ਫॉर ਮਾਈ ਸਟੇਟ ਫਾਰਵਰਡ। Pavaji, here I would like to share with all the delegates एक बड़ी hidden information I have with me। ਯੈਸ ਸਰ। ਜਿਵੇਂ ਮੈਂ ਸ਼ੁਰੂ ਦੇ ਵਿੱਚ ਦੱਸਿਆ ਕਿ ਡਾਕਟਰ ਕਸਤੂਰੀ ਰੰਗਨ ਨੂੰ ਮੈਂ 2016 ਦੇ ਵਿੱਚ JNU ਚ 2-3 ਮਿੰਟ ਦੇ ਲਈ ਮਿਲਿਆ। ਯੈਸ ਸਰ। ਉਹਨਾਂ ਨੂੰ ਮਿਲਣ ਤੋਂ ਬਾਅਦ ਜੋ ਉਹਨਾਂ ਨੇ ਸਾਡੇ ਤੋਂ ਇਨਫੋਰਮੇਸ਼ਨ ਲਈ ਪੰਜਾਬ ਦੀ ਕਿ ਪੰਜਾਬ ਦੇ ਵਿੱਚ ਕੀ ਸਿਚੁਏਸ਼ਨ ਹੈ ਐਜੂਕੇਸ਼ਨ ਦੀ, ਜੀ, ਤਾਂ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਫੋਲੋ ਕਰਨਾ ਸ਼ੁਰੂ ਕੀਤਾ। ਤਾਂ ਸਰਕਾਰ ਦੇ ਵਿੱਚ ਕੁਝ ਅਜਿਹੇ ਸਿਵਲ ਸਰਵੈਂਟਸ ਹੁੰਦੇ ਨੇ ਹਮੇਸ਼ਾ, IAS ਆਫੀਸਰਸ, ਅਲਾਈਡ ਸਰਵਿਸਿਜ਼ ਵਾਲੇ, ਜਿਹੜੇ ਚਾਹੁੰਦੇ ਨੇ ਕਿ ਉਹ ਆਪਣੀ ਸੀਟ ਤੇ ਬੈਠੇ ਹੋਏ ਬਿਨਾਂ ਆਪਣਾ ਨਾਮ ਆਏ ਕੁਝ ਐਕਟਿਵਿਸਟ ਨੂੰ ਅਜਿਹਾ ਮਸਾਲਾ ਦੇ ਦੇਣ, ਮਸੌਦਾ ਦੇ ਦੇਣ, ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਮੱਸਿਆਵਾਂ ਨਾ ਖੜੀਆਂ ਹੋਣ। ਬਿਲਕੁਲ ਸਾਡੇ ਸਾਰਿਆਂ ਦੇ ਚਰਨਾਂ 'ਚ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਇਸ ਦੇ ਉੱਪਰ ਚਿੰਤਾ ਨਹੀਂ ਕਰਨੀ, ਚਿੰਤਨ ਕਰਨਾ ਹੈ ਹੋ ਕੀ ਰਿਹਾ ਹੈ, ਵਾਟ ਇਜ਼ ਹੈਪਨਿੰਗ, ਕਿਉਂ ਪਹਿਲੀ ਰਿਪੋਰਟ ਨੂੰ ਸਰਕਾਰ ਨੇ ਖਾਰਜ ਕੀਤਾ। ਉਹਦੇ ਵਿੱਚ ਕੁਝ ਅਜਿਹੀਆਂ ਡਰੈਸਟਿਕ ਚੇਂਜਸ ਸਨ, ਰੈਡੀਕਲ ਗੱਲਾਂ ਸਨ, ਜਿਨ੍ਹਾਂ ਦੇ ਨਾਲ ਬਹੁਤ ਸਮੱਸਿਆ ਹੋ ਜਾਣੀ ਸੀ। What mentioning thing was the proposal for licensing of teachers। ਜਿਸ ਤਰ੍ਹਾਂ ਇੱਕ ਡਾਕਟਰ ਦਾ ਲਾਇਸੈਂਸ ਹੁੰਦਾ ਹੈ, ਵਕੀਲ ਦਾ ਲਾਇਸੈਂਸ ਹੁੰਦਾ ਹੈ, ਉਹਦੇ ਵਿੱਚ ਕਿਹਾ ਗਿਆ ਸੀ ਕਿ ਟੀਚਰ ਦਾ, ਹਿੰਦੁਸਤਾਨ ਦੇ ਅਧਿਆਪਕ ਦਾ ਲਾਇਸੈਂਸ ਹੋਣਾ ਚਾਹੀਦਾ ਹੈ ਔਰ ਉਸ ਦੀ ਮਿਆਦ ਕਿੰਨੀ ਹੋਊਗੀ? 10 ਸਾਲ। 10 ਸਾਲ ਤੋਂ ਬਾਅਦ ਉਹ ਲਾਇਸੈਂਸ ਤਾਂ ਰੀਨਿਊ ਹੋਣਾ ਸੀ ਜੇ ਟੀਚਰ ਉਸ ਮਾਪਦੰਡ ਦੇ ਉੱਤੇ ਪੜ੍ਹਾ ਕੇ ਆਇਆ ਹੋਵੇ। ਜੇਕਰ ਇਹ ਪਾਲਿਸੀ ਲਾਗੂ ਹੋਗੀ ਔਰ ਇਹ ਪਾਲਿਸੀ MHRD ਦੇ ਅਲਮਾਰੀਆਂ ਦੇ ਵਿੱਚ ਅੱਜ ਵੀ ਪਈ ਹੈ, ਜੇਕਰ ਸਾਡੀ ਜਮਾਤ ਸੰਜੀਦਾ ਹੋ ਕੇ ਆਪਣਾ ਫਰਜ਼ ਅਦਾ ਨਾ ਕੀਤਾ ਸਮਾਜ ਦੇ ਵਿੱਚ, ਤਾਂ ਸਰਕਾਰ ਨੂੰ ਕਿਸੇ ਸਮੇਂ ਮਜਬੂਰੀ ਦੇ ਵਿੱਚ ਉਹ ਫਾਈਲ ਕੱਢਣੀ ਪੈਣੀ ਹੈ, ਉਹਨੂੰ ਲਾਗੂ ਕਰਨਾ ਪੈਣਾ। 10 ਸਾਲ ਦੇ ਵਿੱਚ ਜੇਕਰ ਲਾਇਸੈਂਸਿੰਗ ਹੈ ਤਾਂ 10 ਸਾਲ ਦਾ ਪੀਰੀਅਡ ਕੁਝ ਵੀ ਨਹੀਂ ਹੈ। ਫੋਰਨ ਦੇ ਵਿੱਚ 3 ਤੋਂ 4 ਸਾਲ ਦਾ ਪੀਰੀਅਡ ਹੈ ਇੰਪਲੋਇਮੈਂਟ ਦਾ, ਤੇ 10 ਸਾਲ ਇੰਡੀਅਨ ਟੀਚਰ, 10 ਸਾਲ ਦੇ ਵਿੱਚ ਤਾਂ ਇੰਡੀਅਨ ਟੀਚਰ ਦੀਆਂ ਕਿਤਾਬਾਂ ਪੂਰੀਆਂ ਹੁੰਦੀਆਂ ਨੇ ਕਿ ਉਹ ਜਿਹੜੀਆਂ ਉਹਨੇ ਸਿलेबस ਦੇ ਵਿੱਚ पढ़ानियां ने वो पुस्तकें बड़ी मुश्किल से 10 साल में इकट्ठी होती हैं। और अगर 10 साल के बाद उसको दोबारा लाइसेंस के लिए अप्लाई करना पड़ेगा तो मुझे लगता है कि टीचर्स जो हैं 1%, 2% से ज्यादा इस प्रोफेशन में नहीं आएंगे। और जो डॉक्टर बाबा जी ने कहा है बिल्कुल सही है। कौन से लोग टीचिंग में आ रहे हैं? वो लोग आ रहे हैं जिनका कोई पैशन नहीं है टीचिंग, चलो कोई और काम नहीं है टीचिंग देते। दिस इज द सिचुएशन। चलो जी और कोई काम नहीं है, ਅਸੀਂ ਵੇਲੇ ਹਾਂ, ਅਸੀਂ ਟੀਚਰ ਬਣ ਜਾਂਦੇ। ਇਸ ਸੋਚ ਦੇ ਨਾਲ ਜਿਹੜੇ ਲੋਕ ਇਸ ਪ੍ਰੋਫੈਸ਼ਨ ਦੇ ਵਿੱਚ ਆ ਰਹੇ ਨੇ, ਇਸ ਨੋਬਲ ਪ੍ਰੋਫੈਸ਼ਨ ਦੇ ਵਿੱਚ, ਨੋ ਮੋਰ ਇਟ ਇਜ਼ ਅ ਨੋਬਲ ਪ੍ਰੋਫੈਸ਼ਨ। ਹੁਣ ਇਹ ਕੋਈ ਸਰਵਿਸ ਨਹੀਂ ਹੈ, ਇਹ ਵੀ ਇੱਕ ਵਪਾਰ ਬਣ ਚੁੱਕਿਆ ਐਜੂਕੇਸ਼ਨ ਦਾ। ਜੇਕਰ ਇਹੀ ਸੋਚ ਦੇ ਨਾਲ ਲੋਕ ਆਉਂਦੇ ਰਹਿਣਗੇ ਤਾਂ ਤਬਾਹੀ ਹੋਣੀ ਹੈ। ਜੇਕਰ ਕੋਈ ਇਸ ਸੋਚ ਦੇ ਨਾਲ ਆਇਆ ਹੈ, ਕਿਰਪਾ ਕਰਕੇ ਭਾਈ ਕੈਨੇਡਾ ਦੇ ਹਵਾਈ ਜਹਾਜ਼ ਚੜ੍ਹ ਜਾਓ, ਆਸਟ੍ਰੇਲੀਆ ਚਲੇ ਜਾਓ। ਟੀਚਿੰਗ ਦੇ ਲਈ ਤੁਹਾਡਾ ਮਿਸ਼ਨ ਹੋਣਾ ਚਾਹੀਦਾ, ਤੁਹਾਡਾ ਵਿਜ਼ਨ ਹੋਣਾ ਚਾਹੀਦਾ, ਤੁਹਾਡੇ ਵਿੱਚ ਸਮਰਪਣ ਹੋਣਾ ਚਾਹੀਦਾ, ਤੁਹਾਡਾ ਵਿਦਿਆਰਥੀ ਫਰਸਟ ਹੋਣਾ ਚਾਹੀਦਾ। ਯੂਅਰ ਸਟੂਡੈਂਟ, ਫਿਰ ਤੁਸੀਂ ਸਰਕਾਰ ਦੇ ਨਾਲ ਟੇਬਲ ਤੇ ਬੈਠ ਕੇ ਗੱਲਬਾਤ ਕਰ ਸਕਦੇ ਹੋ। ਫਿਰ ਤੁਹਾਡੇ ਹੱਕ ਹਨ, ਫਿਰ ਤੁਹਾਡੇ, ਜੇਕਰ ਤੁਹਾਡੇ ਕੇਵਲ ਅਧਿਕਾਰ ਹਨ ਤੇ ਤੁਸੀਂ ਉਸ ਤਰ੍ਹਾਂ ਦੇ ਫਰਜ਼ ਅਦਾ ਨਹੀਂ ਕਰ ਰਹੇ ਤਾਂ ਬੜੀ ਮੁਸ਼ਕਿਲ ਹੈ। ਫਿਰ ਵੀ ਸ਼ੇਅਰ कि इस दौरे तरक्की के अंदाज निराले हैं, ये सहदे तरक्की के अंदाज निराले हैं, ज़हन में अंधेरे हैं, सड़कों पे चाले। Thank you very much, sir. Thank you very much, sir. It was a wonderful interaction with you. I really benefited.
I don't know about other participants, but I really benefited from this discussion, and it was just like I'm sitting just face to face with you. कभी वो मौका भी आएगा, मैं आऊँगा कॉलेज सर तब बैठूंगा. Over to Harman sir. ਬਹੁਤ ਬਹੁਤ ਧੰਨਵਾਦ ਟਵਾਣਾ ਸਰ। ਇਹ ਸਰ ਤੁਹਾਡੇ ਕਹਿਣ ਦੀ ਸ਼ੈਲੀ ਵਾਕਈ ਨਿਰਾਲੀ ਸੀ ਤੇ ਮੈਂ ਬੜੇ ਚਿਰਾਂ ਬਾਅਦ ਤੁਹਾਨੂੰ ਸੁਣਿਆ, ਕਿਉਂਕਿ ਜਦੋਂ ਉੱਥੇ ਸੀਗੇ ਕਾਲਜ ਤਾਂ ਸੁਣਦੇ ਸੀ, ਅੱਜ ਬਿਲਕੁਲ ਲਾਈਵ ਸੁਣਿਆ ਤੇ ਬਹੁਤ ਚੰਗਾ ਲੱਗਿਆ ਸਰ। ਤੁਸੀਂ ਬਹੁਤ ਹੀ ਡਿਟੇਲ ਦੇ ਵਿੱਚ ਹਰ ਐਸਪੈਕਟਸ ਨੂੰ, ਉਹਦੇ ਪੋਜ਼ਿਟਿਵ ਐਸਪੈਕਟ, ਨੈਗੇਟਿਵ ਐਸਪੈਕਟ ਸਾਰੇ ਲਏ, ਕਿਉਂਕਿ ਇੱਥੇ ਮੈਂ ਦੱਸਣਾ ਚਾਹੁੰਦਾ ਕਿਉਂਕਿ ਮੇਰਾ ਫੀਲਡ ਇਕਨੋਮਿਕਸ ਹੈ ਤੇ ਮੇਰੇ ਕੋਲ ਰਿਹਾ ਨਹੀਂ ਜਾ ਰਿਹਾ ਕਿ ਜਿਵੇਂ ਸਾਡੀ ਗਵਰਨਮੈਂਟ ਨੇ ਇੱਕ ਬਿਲੋ ਪਾਵਰਟੀ ਲਾਈਨ ਦੀ ਜੋ ਡੈਫੀਨੇਸ਼ਨ ਦਿੱਤੀ ਹੈ, ਅਰਬਨ ਏਰੀਆਜ਼ ਦੇ ਲਈ 32 ਰੁਪੀਸ ਪਰ ਡੇ ਐਂਡ 26 ਰੁਪੀਸ ਫॉर ਰੂਰਲ ਏਰੀਆ, ਜੋ ਉਹਨਾਂ ਦਾ ਐਕਸਪੈਂਡੀਚਰ ਹੈ ਉਹਦੇ ਲਈ ਹੈ, ਜੋ ਕਿ ਬਿਲਕੁਲ ਗਲਤ ਹੈ। ਪਰ ਗਵਰਨਮੈਂਟ ਨੇ ਇੱਕ ਬਿਲੋ ਪਾਵਰਟੀ ਲਾਈਨ ਦੀ ਇੱਕ ਦੱਸਤਾ, ਜੇਕਰ ਕਿਸੇ ਦੀ ਸਪੈਂਡਿੰਗ ਜਿਹੜੀ ਹੈ ਇਸ ਤੋਂ ਬਿਲੋ ਹੈ ਉਹ ਗਰੀਬ ਹੈ, ਜੇ ਉਸ ਤੋਂ ਉੱਪਰ ਹੈ ਤਾਂ ਉਹ ਗਰੀਬ ਨਹੀਂ ਹੈ। ਇੱਕ ਤਰ੍ਹਾਂ ਗਰੀਬੀ ਦੇ ਲਈ ਸਰਕਾਰ ਨੇ ਰੇਖਾ ਹੀ ਇਸ ਤਰੀਕੇ ਦੀ ਖਿੱਚਤੀ ਕਿ ਕੋਈ ਗਰੀਬ ਰਹੇ ਹੀ ਨਾ। ਜੇਕਰ ਆਪਾਂ ਐਕਚੁਅਲੀ ਦੇਖੀਏ, ਗਰਾਊਂਡ ਰਿਐਲਿਟੀ ਦੇਖੀਏ ਤੇ ਗਰਾਊਂਡ ਰਿਐਲਿਟੀ ਦੇ ਵਿੱਚ ਇਹਦਾ ਨਹੀਂ ਹੋ ਸਕਦਾ। ਕੋਈ ਵੀ ਪਰਸਨ ਜਿਹੜਾ ਹੈ ਉਹ 32 ਰੁਪੀਸ ਨਾਲ 26 ਰੁਪੀਸ ਨਾਲ ਸਰਵਾਈਵ ਨਹੀਂ ਕਰ ਸਕਦਾ। ਈਵਨ ਆ ਚਾਹ ਦਾ ਇੱਕ ਕੱਪ 10 ਰੁਪਏ ਦਾ ਹੈ ਤੇ ਜੇਕਰ ਆਪਾਂ ਮੈਸ ਦੇ ਵਿੱਚ ਡਾਈਟ ਦੀ ਗੱਲ ਕਰੀਏ ਉਹ 30 to 40 ਰੁਪੀਸ ਦੀ ਹੈ, ਇੱਕ ਟਾਈਮ ਦੀ ਡਾਈਟ ਹੈ। ਤੇ ਆਪਾਂ ਬੇਸਿਕ ਨੀਡਸ ਜਿਹੜੀਆਂ ਨੇ 5 ਲੈ ਚੁੱਕੇ ਆ, ਫੂਡ, ਕਲੋਥਿੰਗ, ਸ਼ੈਲਟਰ ਐਂਡ ਹੈਲਥ ਐਂਡ ਐਜੂਕੇਸ਼ਨ। ਹੈਲਥ ਐਂਡ ਐਜੂਕੇਸ਼ਨ ਆਪਾਂ 5 ਅਮੈਨਿਟੀਜ਼ ਆਪਾਂ ਲੈ ਚੁੱਕੇ ਆ। ਇਹ ਪੁਰਾਣਾ ਜ਼ਮਾਨਾ ਚਲੇ ਗਿਆ ਕਿ ਰੋਟੀ, ਕੱਪੜਾ ਔਰ ਮਕਾਨ, ਹੁਣ 5 ਥਿੰਗਸ ਆ ਚੁੱਕੀਆਂ ਨੇ। ਐਜੂਕੇਸ਼ਨ ਆਲਸੋ ਪਾਰਟ ਜਿਹੜਾ ਹੈਗਾ ਉਹ ਬੇਸਿਕ ਅਮੈਨਿਟੀਜ਼ ਦਾ ਹੈ। ਪਰ ਅੱਜ ਦੀਆਂ ਜਿਹੜੀਆਂ ਗਵਰਨਮੈਂਟ ਜਿਹੜੀਆਂ ਨੇ, ਕਦੀ ਗਵਰਨਮੈਂਟ ਨਹੀਂ ਚਾਹੇਗੀ ਕਿ ਲੋਕ ਜਿਹੜੇ ਨੇ ਉਹ ਐਜੂਕੇਸ਼ਨ ਲੈਣ। ਇਸੇ ਕਾਰਨ ਕਰਕੇ ਪੰਜਾਬ ਦੇ ਵਿੱਚ ਜਿਹੜਾ ਹੈ ਕਿੰਨੇ ਸਾਲਾਂ ਤੋਂ 98 ਤੋਂ ਤੁਸੀਂ ਕਹਿ ਰਹੇ ਸੀਗੇ ਕਿ ਕੋਈ ਗਵਰਨਮੈਂਟ ਕਾਲਜ ਦੇ ਵਿੱਚ ਰਿਕਰੂਟਮੈਂਟ ਨਹੀਂ ਹੋਈ ਹੈ। ਸੋ ਇੰਨਾ ਲੰਮਾ ਪੀਰੀਅਡ ਜਿਹੜਾ ਹੋ ਚੁੱਕਾ ਹੈ, 22 ਸਾਲ ਦਾ ਅਰਸਾ ਹੋ ਚੁੱਕਾ ਹੈ। ਜਿਨ੍ਹਾਂ ਨੇ ਉਸ ਟਾਈਮ PhD ਵਗੈਰਾ ਕੀਤੀ ਹੋਏਗੀ, ਨੈਟ ਕੁਆਲੀਫਾਈਡ ਕੀਤਾ ਹੋਏਗਾ, ਤੇ ਉਹ ਅੱਜ ਕਿੱਥੇ ਨੇ? ਤੇ ਇਹਦੇ ਵਿੱਚ ਕੀ ਹੋ ਰਿਹਾ? ਕਿਉਂਕਿ ਗਵਰਨਮੈਂਟ ਕਦੇ ਨਹੀਂ ਚਾਹੇਗੀ ਕਿ ਅਸੀਂ ਐਜੂਕੇਸ਼ਨ ਦਈਏ, ਕਿਉਂਕਿ ਐਜੂਕੇਸ਼ਨ ਦੇ ਨਾਲ ਹਮੇਸ਼ਾ ਇਹ ਹੋਏਗਾ ਕਿ ਲੋਕ ਅਵੇਅਰ ਹੋਣਗੇ, ਉਹ ਆਪਣੇ ਹੱਕ ਮੰਗਣਗੇ। ਸਰਕਾਰ ਤਾਂ ਇਹਨਾਂ ਨੂੰ ਭੇਡ ਬੱਕਰੀ ਬਣਾਉਣਾ ਚਾਹੁੰਦੀ ਹੈ। ਕਿਸੇ ਵੀ ਗਵਰਨਮੈਂਟ, ਚਾਹੇ A ਗਵਰਨਮੈਂਟ ਹੈ ਚਾਹੇ B ਗਵਰਨਮੈਂਟ ਹੈ, ਉਹਨਾਂ ਨੂੰ ਰੈਲੀਆਂ ਦੇ ਬੰਦੇ ਚਾਹੀਦੇ ਜਿਹੜੇ 500-500 ਤੇ ਵੇਚਣ, ਤੇ ਉਹ ਕਦੇ ਨਹੀਂ ਚਾਹਣਗੇ ਕਿ ਇਹ ਵੀ ਬੰਦੇ ਪੜ੍ਹ ਲਿਖੇ ਕੇ ਸਾਡੇ ਨਾਲ ਸਵਾਲ ਜਵਾਬ ਕਰਨ। ਹੁਣ ਜੋ ਮੈਂ ਜਦੋਂ ਸਟੂਡੈਂਟ ਸੀਗਾ ਉਸ ਸਮੇਂ ਡਾਕਟਰ ਵਾਲੀਆ ਪ੍ਰਿੰਸੀਪਲ ਸੀਗੇ ਸਾਡੇ ਕਾਲਜ ਦੇ, ਤੇ ਅਸੀਂ ਉਦੋਂ ਲੈਕਚਰ ਸੁਣਿਆ ਡਾਕਟਰ ਵਾਲੀਆ ਦਾ, ਜਦੋਂ ਸਾਡੀ ਮਤਲਬ ਕਿ ਫਰੈਸ਼ਰ ਪਾਰਟੀ ਸੀਗੀ ਉਹਦੀ MA ਦੀ, ਤੇ ਉਹਦੇ ਵਿੱਚ ਡਾਕਟਰ ਵਾਲੀਆ ਨੇ ਗੱਲ ਕਹੀ ਸੀ ਕਿ ਬੈਸਟ ਇਸ ਸਮੇਂ ਕੈਮਿਸਟਰੀ ਹੈ ਕਿ ਡਾਕਟਰ ਮਨਮੋਹਨ ਸਿੰਘ PM ਨੇ ਤੇ ਡਾਕਟਰ APJ ਅਬਦੁਲ ਕਲਾਮ ਪ੍ਰੈਜ਼ੀਡੈਂਟ ਨੇ। ਤੇ ਇਹ ਦੋ ਬੰਦੇ ਜਿਹੜੇ ਵਿਜ਼ਨਰੀ ਸੀਗੇ, ਤੇ ਅੱਜ ਸਾਡੇ ਇੰਡੀਆ ਦੀ ਤਰਾਸਦੀ ਹੈ ਕਿ ਸਾਡੇ ਕੋਲ ਇਹ ਦੋ ਕੈਲੀਬਰ ਬੰਦੇ ਜਿਹੜੇ ਹੈਗੇ ਆ ਪੋਸਟ ਦੇ ਉੱਤੇ ਨਹੀਂ ਹੈ। ਡਾਕਟਰ ਕਲਾਮ ਨਹੀਂ ਰਹੇ, ਡਾਕਟਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਨਹੀਂ ਸੀ। ਸਰ ਤੁਹਾਨੂੰ ਯਾਦ ਹੋਏਗਾ ਕਿ 2008 ਦੇ ਵਿੱਚ ਵਰਲਡ ਵਾਈਡ ਡਿਪਰੈਸ਼ਨ ਆਇਆ ਸੀਗਾ, ਪਰ ਡਾਕਟਰ ਮਨਮੋਹਨ ਸਿੰਘ ਹੀ ਸੀਗੇ ਜਿਨ੍ਹਾਂ ਨੇ ਆਪਣੇ ਇੰਡੀਆ ਦੇ ਉੱਤੇ ਉਹਦਾ ਲੈਸਰ ਇੰਪੈਕਟ ਪਾ ਦਿੱਤਾ। ਅੱਜ ਕੀ ਹੈ, ਅੱਜ ਸਾਡੀ ਜਿਹੜੀ ਵੋਟ ਬੈਂਕ ਦੀ ਰਾਜਨੀਤੀ ਜਿਹੜੀ ਹੈ, ਅਸੀਂ ਪੋਪੂਲਿਜ਼ਮ ਹੋ ਚੁੱਕੇ ਆ। ਠੀਕ ਹੈ ਕਿ ਕਾਂਗਰਸ ਨੇ ਲੁੱਟਿਆ, ਪਰ ਅਸੀਂ ਕੀ ਹੋਇਆ ਕਿ ਉਹ ਜਿਹੜੀ ਚੀਜ਼ ਜਿਹੜੀ ਸੀਗੀ ਅਸੀਂ ਜਿਹਨੂੰ ਅੱਗੇ ਲੈ ਕੇ ਆਂਦਾ ਉਹਨੇ ਵੀ ਸਾਡੇ ਹੱਕਾਂ ਦੀ ਗੱਲ ਨਹੀਂ ਕੀਤੀ। ਤੇ ਚਲੋ ਇਹ ਗੱਲ ਪੋਲੀਟੀਕਲ ਇਸ਼ੂ ਬਣ ਜਾਂਦਾ, ਪਰ ਇਕਨੋਮਿਕਸ ਤੇ ਪੋਲਿਟਿਕਸ ਦੋਨੇ ਇਕੱਠੇ ਚੱਲਦੇ ਆ। ਪੋਲੀਟੀਕਲ ਇਕਨੋਮੀ, ਕਿਉਂਕਿ ਇਕਨੋਮਿਕ ਰਿਫਾਰਮਸ ਜਦੋਂ ਹੋਣੇ ਆ ਤਾਂ ਉਹਦੇ ਵਿੱਚ ਉਹ ਪੋਲੀਟੀਕਲ ਲੋਕਾਂ ਨੇ ਹੀ ਕਰਨੇ ਆ। ਸੋ ਇਹ ਗੱਲਾਂ ਸੀ ਸਰ ਤੁਸੀਂ ਬਹੁਤ ਹੀ ਚੰਗੀ ਡਿਟੇਲ ਦੇ ਨਾਲ ਦੱਸਿਆ। ਆਈ ਥਿੰਕ ਸਾਰਿਆਂ ਨੇ ਇਸ ਤੋਂ ਬਹੁਤ ਜ਼ਿਆਦਾ ਫਰੂਟਫੁਲ ਜਿਹੜਾ ਇਹ ਤੁਹਾਡੀ ਸਪੀਚ ਰਹੀ ਹੈ, ਵੈਬੀਨਾਰ ਰਿਹਾ ਹੈ। ਤੇ ਹੁਣ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਆਪਣੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਸਾਹਿਬ ਸਿੰਘ ਜੀ ਨੂੰ ਕਹਿਣਾ ਕਿ ਉਹ ਆਪਣੇ ਲਾਇਕ ਹੋ ਚੁੱਕੇ ਨੇ, ਉਹ ਮੰਚ ਤੇ ਆਉਣ ਤੇ ਸਾਡੇ ਮੁੱਖ ਬੁਲਾਰੇ ਪ੍ਰੋਫੈਸਰ ਅਨੂਪ੍ਰੀਤ ਸਿੰਘ ਟਵਾਣਾ ਦਾ ਧੰਨਵਾਦ ਕਰਨ। ਥੈਂਕ ਯੂ ਸਰ। ਪ੍ਰਿੰਸੀਪਲ ਸਾਹਿਬ ਜੀ ਆ ਜਾਓ ਜੀ। हाँ जी, आ गया जी, आ गया। मेरी आवाज सुन ली जी? हाँ जी, हाँ सुन लिया सर जी, बहुत बढ़िया जी, बहुत बढ़िया। हाँ हाँ जी, डॉक्टर टवाना जी, हेलो। सर सत श्री अकाल जी।
ਸਤਿ ਸ਼੍ਰੀ ਅਕਾਲ ਡਾਕਟਰ ਟਵਾਣਾ ਜੀ। ਪਹਿਲਾਂ ਤਾਂ ਵਧਾਈ ਹੈ ਕਿ ਡਾਕਟਰ ਕਸ਼ਮੀਰ ਦੀ ਜਿਹੜੀ ਟੀਮ ਹੈ ਉਹ ਬਹੁਤ ਹੀ ਸਿਆਣੀ ਸੁਲਝੀ ਹੋਈ ਇੰਟੈਲੀਜੈਂਟ ਹੈਗੀ ਹੈ। Thank you. ਸੋ ਤੁਹਾਡਾ ਜਿਹੜਾ ਲੈਕਚਰ ਸੀਗਾ ਉਹਦੇ ਤੋਂ ਬਹੁਤ ਕੁਝ ਮੈਨੂੰ ਵੀ ਸਿੱਖਣ ਨੂੰ ਮਿਲਿਆ ਹੈਗਾ Thank you. ਤੇ ਮੈਂ ਇਹੋ ਹੀ ਆਸ ਰੱਖਦਾ ਕਿ ਜਿਹੜੇ ਨਿਊ ਪਾਲਿਸੀ ਐਜੂਕੇਸ਼ਨ ਦੀ ਹੈਗੀ ਸਰਕਾਰ ਜੋ ਕਰ ਰਹੀ ਹੈਗੀ ਹੈ ਉਹਦੇ ਬਾਰੇ ਜਿਹੜੇ ਤੁਹਾਡੇ ਸੁਝਾਅ ਨੇ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜੀ ਐਜੂਕੇਸ਼ਨ ਪਾਲਿਸੀ ਆ ਉਹ ਲਾਗੂ ਕਰਨੀ ਚਾਹੀਦੀ ਹੈ। ਸੋ ਤੁਸੀਂ ਜਿਹੜਾ ਵੀ ਜਿਸ ਟੌਪਿਕ ਨੂੰ ਬਹੁਤ ਸੁੰਦਰ ਢੰਗ ਦੇ ਨਾਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਬਹੁਤ ਵਧੀਆ, ਬਹੁਤ ਸੁੰਦਰ। ਤੁਹਾਡੀ ਭਾਸ਼ਾ ਜਿਹੜੀ ਸੀ ਬਹੁਤ ਵਧੀਆ ਸੀ, ਚਾਹੇ ਹਿੰਦੀ 'ਚ ਬੋਲੇ, ਚਾਹੇ ਪੰਜਾਬੀ 'ਚ ਬੋਲੇ, ਚਾਹੇ ਇੰਗਲਿਸ਼ 'ਚ ਬੋਲੇ, ਸਾਰਿਆਂ ਨੂੰ ਬਹੁਤ ਵਧੀਆ ਜਿਹੜਾ ਹੈ ਡਾਕਟਰ ਸਾਹਿਬ ਸਮਝ ਆਈ ਹੈ। ਸੋ ਮੈਂ ਆਪਣੇ ਵੱਲੋਂ, ਆਪਣੀ ਮੈਨੇਜਮੈਂਟ ਵੱਲੋਂ, ਕਿਉਂਕਿ ਸਾਡੀ ਇੱਕ ਹੀ ਮੈਨੇਜਮੈਂਟ ਹੈਗੀ ਹੈ, ਸ਼੍ਰੋਮਣੀ ਕਮੇਟੀ ਦੇ ਅਸੀਂ ਮੁਲਾਜ਼ਮ ਹੈਗੇ ਆ, ਸੋ ਆਪਣੇ ਸਟਾਫ ਵੱਲੋਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਆਪਣਾ ਕੀਮਤੀ ਟਾਈਮ ਜਿਹੜਾ ਹੈਗਾ ਉਹ ਕੱਢ ਕੇ ਸਾਨੂੰ ਬਹੁਤ ਵਧੀਆ ਵਿਸ਼ੇ ਦੇ ਨਾਲ ਜਿਹੜਾ ਵਿਚਾਰ ਵਟਾਂਦਰਾ ਜਿਹੜਾ ਸਾਡੇ ਨਾਲ ਸਾਂਝਾ ਕੀਤਾ ਹੈਗਾ। ਸੋ ਮੈਂ ਆਪਣੀ ਟੀਮ ਜਿਹੜੀ ਡਾਕਟਰ ਬਾਵਾ, ਹਰਮਨਪ੍ਰੀਤ ਔਰ ਹਰਪ੍ਰੀਤ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਤੁਹਾਡੇ ਵਰਗੇ ਸਕਾਲਰ ਜਿਹੜੇ ਬੰਦੇ ਹੈਗੇ ਆ ਉਹ ਸਾਡੇ ਰੂਬਰੂ ਕਰਾਏ ਹੈਗੇ ਆ। ਸੋ ਡਾਕਟਰ ਸਾਹਿਬ ਮੈਂ ਆਸ ਕਰੂੰਗਾ ਕਿ ਲੋਕਡਾਊਨ ਜਦੋਂ ਖਤਮ ਹੋ ਜਾਂਦਾ ਹੈ, ਕਾਲਜ ਖੁੱਲਦੇ ਨੇ, ਤੇ ਤੁਸੀਂ ਇੱਕ ਲੈਕਚਰ ਜਿਹੜਾ ਹੈਗਾ ਉਹ ਬੱਚਿਆਂ ਨੂੰ ਔਰ ਸਾਡੇ ਸਟਾਫ ਨੂੰ ਵੀ ਇੱਥੇ ਆਣ ਕੇ ਦਿਓ। ਤੁਹਾਡੇ ਕੋਲ ਬਹੁਤ ਗਿਆਨ ਹੈਗਾ, ਤੁਹਾਡਾ ਗਿਆਨ ਜਿਹੜਾ ਹੈ ਉਹ ਖਤਮ ਨਹੀਂ ਹੋ ਰਿਹਾ ਸੀਗਾ, ਪਰੰਤੂ ਸਮਾਂ ਖਤਮ ਹੋ ਰਿਹਾ ਸੀਗਾ। ਮੈਨੂੰ ਵੀ ਬਹੁਤ ਵਧੀਆ ਲੱਗਿਆ ਸੀ। ਮੈਂ ਤੁਹਾਡੇ ਨਾਲ ਬਹੁਤ ਵਧੀਆ ਤਰੀਕੇ ਨਾਲ ਜੁੜਿਆ ਡਾਕਟਰ ਸਾਹਿਬ। ਮੈਂ ਬੜੀ ਗੰਭੀਰਤਾ ਦੇ ਨਾਲ ਤੁਹਾਡਾ ਜਿਹੜੀ ਗੱਲਬਾਤ ਹੈ ਉਹ ਸੁਣੀ ਹੈਗੀ, ਤੇ ਮੈਂ ਵੀ ਚਾਹੁੰਦਾ ਸੀਗਾ ਕਿ ਡਾਕਟਰ ਸਾਹਿਬ ਹਾਲੇ ਬੋਲੀ ਜਾਣ। ਚਲੋ ਵਕਤ ਜਿਹੜਾ ਹੈ ਉਹ ਕਿਸੇ ਦਾ ਲਿਹਾਜ਼ ਨਹੀਂ ਕਰਦਾ ਹੈਗਾ, ਫਿਰ ਵੀ ਡਾਕਟਰ ਸਾਹਿਬ 1.5 ਘੰਟੇ ਦੇ ਵਿੱਚ ਤੁਸੀਂ ਬਹੁਤ ਵਧੀਆ ਜਿਹੜਾ ਗਿਆਨ ਹੈਗਾ, ਬਹੁਤ ਟੌਪਿਕ ਦੇ ਉੱਤੇ ਤੁਹਾਡੀ ਪਕੜ ਹੈਗੀ ਹੈ, ਬਹੁਤ ਸੁੰਦਰ ਢੰਗ ਦੇ ਨਾਲ ਜਿਹੜੀ ਤੁਸੀਂ ਗੱਲਬਾਤ ਹੈ ਉਹ ਸਾਨੂੰ ਸਾਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਤੁਸੀਂ ਵਧਾਈ ਦੇ ਪਾਤਰ ਹੋ। ਮੈਂ ਤੁਹਾਡਾ ਧੰਨਵਾਦ ਕਰਦਾ ਆਪਣੇ ਵੱਲੋਂ, ਆਪਣੇ ਸਟਾਫ ਵੱਲੋਂ, ਆਪਣੀ ਮੈਨੇਜਮੈਂਟ ਵੱਲੋਂ। ਤੁਹਾਡੇ ਵਰਗੇ ਸਕਾਲਰ ਜਿਹੜੇ ਸਾਡੇ ਟੀਚਰ ਹੈਗੇ ਆ ਉਹਨਾਂ ਤੇ ਸਾਨੂੰ ਤੇ ਸਾਡੀ ਮੈਨੇਜਮੈਂਟ ਨੂੰ ਬਹੁਤ ਮਾਣ ਹੈਗਾ। ਸੋ ਫਿਰ ਮੈਂ ਤੁਹਾਡਾ ਧੰਨਵਾਦ ਕਰਦਾ। ਥੈਂਕ ਯੂ ਵੈਰੀ ਮਚ ਸਰ। ਮੈਂ ਧੰਨਵਾਦ ਕਰਦਾ ਸਰ।